ਜੀਓਗ੍ਰਾਫੀ ਦੀ ਅੱਜ ਦੀ ਸਪੈਸ਼ਲ ਕਲਾਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਪਿਆਰੇ ਵਿਦਿਆਰਥੀਓ, ਅੱਜ ਦੀ ਇਸ ਕਲਾਸ ਦੇ ਵਿੱਚ ਅਸੀਂ ਗੱਲ ਕਰਾਂਗੇ ਭਾਰਤ ਵਿੱਚ ਪਾਏ ਜਾਣ ਵਾਲੇ ਖਣਿਜਾਂ ਬਾਰੇ, ਉਹਨਾਂ ਦੀ ਵੰਡ ਬਾਰੇ ਔਰ ਲੋਹਾ ਤੇ ਇਸਪਾਤ ਉਦਯੋਗ ਬਾਰੇ ਅਸੀਂ ਇਸ ਕਲਾਸ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗੇ। ਸੋ ਰਿਕੁਐਸਟ ਹੈ ਮੇਰੀ ਕਿ ਸਾਰੇ ਬੱਚੇ ਜਿਹੜੀਆਂ ਇੰਪੋਰਟੈਂਟ ਗੱਲਾਂ ਆ ਉਹ ਨੋਟ ਕਰ ਲੈਣ। ਅਗਰ ਤੁਹਾਡੇ ਕੋਲ ਭਾਰਤ ਦਾ ਰਾਜਨੀਤਿਕ ਨਕਸ਼ਾ ਹੈ ਜਿਹਦੇ ਵਿੱਚ ਬਾਉਂਡਰੀਜ਼ ਬਣੀਆਂ ਆ ਤਾਂ ਉਹ ਜ਼ਰੂਰ ਨਾਲ ਰੱਖਿਆ ਕਰੋ। ਜਦੋਂ ਵੀ ਜੀਓਗ੍ਰਾਫੀ ਦੀ ਕਲਾਸ ਲੱਗਦੀ ਹੈ ਆਪਣੇ ਕੋਲ ਨਕਸ਼ੇ ਜਿਹੜੇ ਆ ਉਹ ਜ਼ਰੂਰ ਰੱਖਿਆ ਕਰੋ, ਇਹ ਬੜੇ ਜ਼ਰੂਰੀ ਆ। ਚਲੋ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਕਿ ਮਿਨਰਲਸ ਜਾਂ ਫਿਰ ਖਣਿਜ ਹੁੰਦੇ ਕੀ ਆ। ਖਣਿਜ ਕੁਦਰਤੀ ਤੌਰ ਤੇ ਪਾਏ ਜਾਣ ਵਾਲੇ ਪਦਾਰਥ ਹੁੰਦੇ ਜਿਨ੍ਹਾਂ ਦਾ ਇੱਕ ਖਾਸ ਜਿਹੜਾ ਹੈ ਉਹ ਕੈਮੀਕਲ ਕੰਪੋਜੀਸ਼ਨ ਹੁੰਦੀ ਹੈ, ਰਸਾਇਣਿਕ ਬਣਤਰ, ਜਾਂ ਫਿਰ ਉਹਨਾਂ ਦੀ ਇੱਕ ਖਾਸ ਜਿਹੜੀ ਹੈ ਉਹ ਕ੍ਰਿਸਟਲ ਜਿਹੜਾ ਬਣਤਰ ਜਿਹੜੀ ਆ ਕ੍ਰਿਸਟਲਸ ਦੀ ਉਹ ਇੱਕ ਖਾਸ ਸਪੈਸ਼ਲ ਕਿਸਮ ਦੀ ਹੁੰਦੀ ਹੈ ਔਰ ਇੱਕ ਕੁਦਰਤੀ ਰੂਪ ਦੇ ਵਿੱਚ ਬਿਲਕੁਲ ਪਿਓਰੈਸਟ ਫਾਰਮ ਦੇ ਵਿੱਚ ਪਾਏ ਜਾਂਦੇ ਆ ਇਸ ਧਰਤੀ ਦੇ ਉੱਪਰ। ਹੁਣ ਮੋਟੇ ਤੌਰ ਤੇ ਅਸੀਂ ਖਣਿਜਾਂ ਨੂੰ ਜਿਹੜਾ ਆ ਉਹਨਾਂ ਦੇ ਭੌਤਿਕ ਔਰ ਰਸਾਇਣਿਕ ਗੁਣਾਂ ਦੇ ਆਧਾਰ ਤੇ ਅਸੀਂ ਦੋ ਹਿੱਸਿਆਂ ਦੇ ਵਿੱਚ ਵੰਡਦੇ ਹਾਂ। ਸਭ ਤੋਂ ਪਹਿਲਾਂ ਹੈ ਧਾਤਵੀ ਖਣਿਜ ਯਾਨੀ ਕਿ ਮੈਟੈਲਿਕ ਮਿਨਰਲਸ ਔਰ ਦੂਸਰਾ ਹੈ ਅਧਾਤਵੀ ਖਣਿਜ ਯਾਨੀ ਕਿ ਨੌਨ ਮੈਟੈਲਿਕ ਮਿਨਰਲਸ। ਲੋਹਾ, ਤਾਂਬਾ, ਸੋਨਾ, ਇਹਨਾਂ ਨੂੰ ਅਸੀਂ ਅੱਗੇ ਲੋਹ ਤੇ ਅਲੋਹ ਧਾਤਾਂ ਚ ਵੰਡਦੇ ਹਾਂ ਯਾਨੀ ਕਿ ਫੈਰਸ ਔਰ ਨੌਨ ਫੈਰਸ ਮੈਟਲ ਦੇ ਵਿੱਚ। ਜਿਨ੍ਹਾਂ ਖਣਿਜਾਂ ਦੇ ਵਿੱਚ ਲੋਹੇ ਦੇ ਅੰਸ਼ ਪਾਏ ਜਾਂਦੇ ਆ ਉਹਨਾਂ ਨੂੰ ਫੈਰਸ ਮਿਨਰਲਸ ਕਿਹਾ ਜਾਂਦਾ ਹੈ, ਫੈਰਸ ਮੈਟਲ ਕਿਹਾ ਜਾਂਦਾ, ਜਿਸ ਤਰ੍ਹਾਂ ਲੋਹਾ ਔਰ ਸਟੀਲ ਹੈ ਤੁਹਾਡਾ ਇਸਪਾਤ ਹੈ। ਔਰ ਜਿਨ੍ਹਾਂ ਖਣਿਜਾਂ ਦੇ ਵਿੱਚ ਲੋਹੇ ਦੇ ਅੰਸ਼ ਨਹੀਂ ਪਾਏ ਜਾਂਦੇ ਉਹਨਾਂ ਨੂੰ ਅਸੀਂ ਅਲੋਹ ਧਾਤਾਂ ਆਖਦੇ ਹਾਂ, ਜਿਸ ਤਰ੍ਹਾਂ ਸੋਨਾ ਹੈ, ਪਿੱਤਲ ਹੈ, ਤਾਂਬਾ ਆ, ਐਲੂਮੀਨੀਅਮ ਹੈ। ਉਤਪਤੀ ਦੇ ਆਧਾਰ ਤੇ ਅਧਾਤਮੀ ਖਣਿਜ ਜਿਹੜੇ ਆ ਨੌਨ ਮੈਟਲ ਜਿਹੜੇ ਫੈਰਸ ਹੈ, ਨੌਨ ਮੈਟੈਲਿਕ ਖਣਿਜ ਹੈ, ਇਹਨਾਂ ਨੂੰ ਅਸੀਂ ਜੈਵਿਕ ਤੇ ਅਜੈਵਿਕ ਕੈਟਾਗਰੀਜ਼ ਡਿਵਾਈਡ ਕਰਦੇ ਹਾਂ ਯਾਨੀ ਕਿ ਬਾਇਓਟਿਕ ਔਰ ਏਬਾਇਓਟਿਕ। ਜਿਹੜੇ ਖਣਿਜ ਜੰਗਲਾਂ ਦੇ ਪ੍ਰਿਥਵੀ ਦੇ ਹੇਠਾਂ ਦੱਬੇ ਰਹਿਣ ਔਰ ਜਾਨਵਰਾਂ ਦੇ ਅਵਸ਼ੇਸ਼ਾਂ ਦੇ ਧਰਤੀ ਦੇ ਥੱਲੇ ਦੱਬੇ ਰਹਿਣ ਦੇ ਬਾਅਦ ਲੱਖਾਂ ਕਰੋੜਾਂ ਸਾਲਾਂ ਦੀ ਜਿਹੜੀ ਪ੍ਰਕਿਰਿਆ ਆ, ਹੀਟ ਔਰ ਪ੍ਰੈਸ਼ਰ ਜਿਹੜਾ ਧਰਤੀ ਦੇ ਅੰਦਰੂਨੀ ਜਿਹੜੀ ਗਰਮੀ ਔਰ ਦਬਾਅ ਆ ਉਹਦੀ ਵਜ੍ਹਾ ਨਾਲ ਜਿਹੜੇ ਖਣਿਜਾਂ ਦੇ ਵਿੱਚ ਤਬਦੀਲ ਹੋ ਜਾਂਦੇ ਆ ਉਹਨਾਂ ਨੂੰ ਅਸੀਂ ਬਾਇਓਟਿਕ ਮਿਨਰਲਸ ਜਾਂ ਫਿਰ ਜੈਵਿਕ ਖਣਿਜ ਆਖਦੇ ਹਾਂ, ਜਿਸ ਤਰ੍ਹਾਂ ਕੋਇਲਾ ਹੈ ਔਰ ਪੈਟਰੋਲੀਅਮ ਹੈ ਜਾਂ ਫਿਰ ਕੁਦਰਤੀ ਗੈਸ ਹੈ। ਇਸ ਤੋਂ ਇਲਾਵਾ ਜਿਹੜਾ ਅਜੈਵਿਕ ਖਣਿਜ ਹੈ ਇਹ ਬਾਇਓਟਿਕ ਮਿਨਰਲਸ, ਇਹਦੇ ਵਿੱਚ ਮਾਈਕਾ ਯਾਨੀ ਕਿ ਅਬਰਕ, ਚੂਨਾ ਪੱਥਰ, ਲਾਈਮਸਟੋਨ ਔਰ ਗ੍ਰੇਫਾਈਟ, ਇਹ ਕੁਝ ਪ੍ਰਮੁੱਖ ਨਾਮ ਹੈ। ਸੋ ਇਹਨਾਂ ਦੀ ਜਿਹੜੀ ਕੈਟੇਗਰਾਈਜੇਸ਼ਨ ਹੈ, ਇਹਨਾਂ ਨੂੰ ਕਿੰਨੇ ਹਿੱਸਿਆਂ 'ਚ ਵੰਡਿਆ ਜਾਂਦਾ, ਲੋਹ ਧਾਤਾਂ ਕਿਹੜੀਆਂ ਹੁੰਦੀਆਂ, ਅਲੋਹ ਧਾਤਾਂ ਕਿਹੜੀਆਂ ਹੁੰਦੀਆਂ, ਇਹ ਤੁਹਾਨੂੰ ਚੰਗੀ ਤਰ੍ਹਾਂ ਨਾਲ ਕਲੀਅਰ ਹੋਣਾ ਚਾਹੀਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਕੱਚੇ ਲੋਹੇ ਦੀ। ਭਾਰਤ ਦਾ ਜਿਹੜਾ ਕੱਚਾ ਲੋਹਾ ਇਸਪਾਤ ਉਦਯੋਗ ਹੈ ਜਿਹੜਾ ਸਾਡਾ ਬਹੁਤ ਦੁਨੀਆ ਦੇ ਵਿੱਚ ਮਸ਼ਹੂਰ ਹੈ। ਅਗਰ ਤੁਸੀਂ ਦਿੱਲੀ ਦੇ ਵਿੱਚ ਕੁਤਬ ਮੀਨਾਰ ਜਾਓ ਮਹਿਰੌਲੀ ਦੇ ਵਿੱਚ, ਉੱਥੇ ਇੱਕ ਲੋਹੇ ਦਾ ਪਿਲਰ ਖੜਾ ਹੈ ਜਿਹੜਾ ਕਿ ਲਗਭਗ 5000 ਸਾਲ ਪੁਰਾਣਾ ਹੈ। ਔਰ ਸਾਡੀ ਜਿਹੜੀ ਮੈਟਲਰਜੀਕਲ ਇੰਡਸਟਰੀ ਹੈ, ਜਿਹੜੀ ਸਾਡੀ ਧਾਤਾਂ ਨੂੰ ਬਣਾਉਣ ਦੀ ਜਿਹੜਾ ਉਦਯੋਗ ਹੈ, ਤੁਸੀਂ ਦੇਖੋ ਕਿੰਨਾ ਵਿਕਸਿਤ ਸੀ। ਉਹ ਜਿਹੜਾ ਸਤੰਭ ਹੈ ਉੱਥੇ ਜਿਹੜਾ ਪਿਲਰ ਹੈ ਬਣਿਆ ਹੋਇਆ ਲੋਹੇ ਦਾ, ਉਹ ਹਜ਼ਾਰਾਂ ਸਾਲਾਂ ਤੋਂ ਖੜਾ ਹੈ ਔਰ ਹਜ਼ਾਰਾਂ ਸਾਲਾਂ ਤੱਕ ਉਹਨੇ ਕਿੰਨੇ ਅੰਦਾਜ਼ਾ ਲਾਓ ਤੂਫਾਨ, ਬਾਰਿਸ਼ਾਂ, ਧੁੱਪਾਂ, ਹਨੇਰੀਆਂ ਨੂੰ ਜਿਹੜਾ ਉਹਦਾ ਸਾਹਮਣਾ ਕੀਤਾ ਹੋਏਗਾ, ਪਰ ਅਜੇ ਤੱਕ ਉਸ ਸਤੰਭ ਨੂੰ, ਉਸ ਪਿਲਰ ਨੂੰ ਜੰਗਾਲ ਨਹੀਂ ਲੱਗਾ। ਸੋ ਸਾਡੀ ਭਾਰਤ ਦੀ ਜਿਹੜੀ ਪ੍ਰਾਚੀਨ ਭਾਰਤ ਦੀ ਜਿਹੜੀ ਮੈਟਲਰਜੀਕਲ ਇੰਡਸਟਰੀ ਦੀ ਇੱਕ ਜਿੰਦੀ ਜਾਗਦੀ ਮਿਸਾਲ ਹੈ ਕਿ ਅਸੀਂ ਕਿੰਨੇ ਵਿਕਸਿਤ ਸੀ ਉਸ ਜ਼ਮਾਨੇ ਦੇ ਵਿੱਚ। ਸੋ ਜਿਹੜੀ ਚੌਥੀ ਸ਼ਤਾਬਦੀ ਈਸਾ ਪੂਰਵ ਤੋਂ ਲੈ ਕੇ 18ਵੀਂ ਸ਼ਤਾਬਦੀ ਈਸਵੀ ਤੱਕ ਭਾਰਤ ਦਾ ਲੋਹਾ ਇਸਪਾਤ ਉਦਯੋਗ ਯੂਰਪ ਦੇ ਪੱਧਰ ਦਾ ਸੀਗਾ, ਯਾਨੀ ਕਿ ਸਾਡਾ ਜਿਹੜਾ ਆਇਰਨ ਐਂਡ ਸਟੀਲ ਇੰਡਸਟਰੀ ਸੀ ਦੁਨੀਆ ਦੇ ਵਿੱਚ ਉਹਦਾ ਡੰਕਾ ਵੱਜਦਾ ਸੀਗਾ। ਲੋਹੇ ਔਰ ਇਸਪਾਤ ਦੇ ਉਦਯੋਗ ਨੂੰ ਅਸੀਂ ਮਾਡਰਨ ਸਿਵਿਲਾਈਜੇਸ਼ਨ ਜਾਂ ਫਿਰ ਮਾਡਰਨ ਇੰਡਸਟਰੀ ਦੀ ਰੀੜ੍ਹ ਦੀ ਹੱਡੀ ਵੀ ਆਖਦੇ ਹਾਂ। ਜਿਸ ਤਰ੍ਹਾਂ ਰੀੜ੍ਹ ਦੀ ਹੱਡੀਆਂ ਜਿਹੜੀ ਸਪਾਈਨ ਹੈ ਸਾਡੀ, ਉਹ ਇਨਸਾਨ ਨੂੰ ਖੜਾ ਰਹਿਣ ਦੇ ਵਿੱਚ ਮਦਦ ਕਰਦੀ ਹੈ, ਇਸੇ ਤਰ੍ਹਾਂ ਨਾਲ ਜਿਹੜਾ ਲੋਹਾ ਇਸਪਾਤ ਉਦਯੋਗ ਹੈ ਉਹ ਸਾਡੇ ਭਾਰਤ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ। ਸਾਡਾ ਅਰਥਚਾਰਾ, ਸਾਡੀ ਇਕੋਨਮੀ ਖੜੀ ਹੈ ਕਿਉਂਕਿ ਸਾਡੇ ਕੋਲ ਕੱਚਾ ਲੋਹਾ ਹੈ ਔਰ ਉਹਦੇ ਨਾਲ ਮਸ਼ੀਨਰੀਆਂ ਬਣਦੀਆਂ, ਉਹਦੇ ਨਾਲ ਅੱਗੋਂ ਟਰੱਕ ਬਣਦੇ ਆ, ਰੇਲ ਗੱਡੀਆਂ ਬਣਦੀਆਂ, ਬੱਸ ਬਣਦੇ ਆ, ਪੁਲ ਬਣਦੇ ਆ, ਸੜਕਾਂ ਬਣਾਉਣ 'ਚ ਇਸਤੇਮਾਲ ਕੀਤਾ ਜਾਂਦਾ ਆ।
ਜਿੰਨੀ ਵੀ ਮਸ਼ੀਨਰੀ ਬਣਦੀ ਆ ਉਹ ਸਾਰੀ ਲੋਹੇ ਔਰ ਇਸਪਾਤ ਤੋਂ ਬਣਦੀ ਆ। ਸੋ ਇਸ ਨੂੰ ਅਸੀਂ ਦ ਬੈਕਬੋਨ ਆਫ ਮਾਡਰਨ ਸਿਵਿਲਾਈਜੇਸ਼ਨ ਐਂਡ ਦ ਬੈਕਬੋਨ ਆਫ ਦ ਮਾਡਰਨ ਇੰਡਸਟਰੀ ਇਸ ਕਰਕੇ ਇਹਨੂੰ ਆਖਿਆ ਜਾਂਦਾ ਹੈ। ਇਹਦੇ ਇਲਾਵਾ ਇਹਨੂੰ ਬੇਸਿਕ ਇੰਡਸਟਰੀ ਵੀ ਕਿਹਾ ਜਾਂਦਾ, ਮੁੱਢਲਾ ਉਦਯੋਗ, ਕਿਉਂਕਿ ਸਾਰੇ ਉਦਯੋਗ ਇਸ ਤੋਂ ਸ਼ੁਰੂ ਹੁੰਦੇ ਆ। ਇਸ ਕਰਕੇ ਲੋਹਾ ਔਰ ਇਸਪਾਤ ਉਦਯੋਗ ਨੂੰ ਅਸੀਂ ਆਇਰਨ ਐਂਡ ਸਟੀਲ ਇੰਡਸਟਰੀ ਕਹਿੰਦੇ ਹਾਂ। ਕਿਸੇ ਵੀ ਦੇਸ਼ ਦੇ ਲੋਕਾਂ ਦਾ ਜਿਹੜਾ ਸਟੈਂਡਰਡ ਆਫ ਲਿਵਿੰਗ ਹੈ, ਜੀਵਨ ਦਾ ਪੱਧਰ ਆ, ਉਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸ ਦੇਸ਼ ਦੇ ਲੋਕਾਂ ਦਾ ਪਰ ਕੈਪੀਟਾ ਜਿਹੜਾ ਖਪਤ ਹੈ, ਉਪਭੋਗ ਹੈ ਕੱਚੇ ਲੋਹੇ ਦਾ, ਉਹ ਕਿੰਨਾ ਜ਼ਿਆਦਾ ਹੈ। ਕੱਚੇ ਲੋਹੇ ਨੂੰ ਅਸੀਂ ਮਾਈਨਸ ਚੋਂ, ਖਾਨਾਂ ਚੋਂ ਕੱਢਦੇ ਹਾਂ, ਧਰਤੀ ਦੇ ਥੱਲਿਓਂ, ਔਰ ਮੋਟੇ ਤੌਰ ਤੇ ਜਿਹੜਾ ਕੱਚਾ ਲੋਹਾ ਉਸ ਦੀਆਂ ਜਿਹੜੀਆਂ ਆਇਰਨ ਓਰ ਹੈ ਉਸ ਨੂੰ ਅਸੀਂ 4 ਹਿੱਸਿਆਂ ਦੇ ਵਿੱਚ ਵੰਡਦੇ ਹਾਂ। ਉਹ ਕਿਹੜੇ ਕਿਹੜੇ ਆ, ਆਓ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਕੱਚੇ ਲੋਹੇ ਦੀ ਕਿਸਮ ਹੈ ਉਹ ਹੈ ਮੈਗਨੇਟਾਈਟ। ਮੈਗਨੇਟਾਈਟ ਕੱਚਾ ਲੋਹਾ ਸਭ ਤੋਂ ਵਧੀਆ ਕੁਆਲਿਟੀ ਦਾ ਜਿਹੜਾ ਕੱਚਾ ਲੋਹਾ ਹੁੰਦਾ, ਜਿਹਦੇ ਵਿੱਚ 72% ਤੋਂ ਜ਼ਿਆਦਾ ਕੱਚੇ ਲੋਹੇ ਦੇ ਜਿਹੜੇ ਅੰਸ਼ ਜਿਹੜੇ ਆ ਉਹ ਪਾਏ ਜਾਂਦੇ ਆ, ਔਰ ਆਪਣੇ ਚੰਗੇ ਔਰ ਚੁੰਬਕੀ ਗੁਣਾ ਕਰਕੇ ਇਸ ਨੂੰ ਅਸੀਂ ਮੈਗਨੇਟਾਈਟ ਕਹਿੰਦੇ ਆ। ਇਹ ਨੋਟ ਕਰ ਲੈਣਾ ਤੁਸੀਂ। ਸੋ ਟੋਟਲ ਜਿਹੜੀ ਪਰਸੈਂਟੇਜ ਆਫ ਆਇਰਨ ਕੰਟੈਂਟ ਹੈ ਦੈਟ ਇਜ਼ ਯੋਰ 72%। ਸੋ ਇਹ ਯਾਦ ਰੱਖਣਾ। ਦੂਸਰਾ ਜਿਹੜਾ ਕੱਚਾ ਲੋਹਾ ਕਿਸਮ ਹੈ ਉਹ ਹੈ ਹੈਮੇਟਾਈਟ। ਇਹਦੇ ਵਿੱਚ 60 ਤੋਂ 70% ਤੱਕ ਜਿਹੜਾ ਲੋਹੇ ਦੇ ਅੰਸ਼ ਪਾਏ ਜਾਂਦੇ ਆ। ਇਸ ਆਇਰਨ ਓਰ ਨੂੰ ਵੀ ਵਧੀਆ ਕਿਸਮ ਦੀ ਆਇਰਨ ਓਰ ਜਿਹੜਾ ਆ ਉਹ ਤਸਲੀਮ ਕੀਤਾ ਜਾਂਦਾ ਹੈ। ਤੀਸਰੇ ਨੰਬਰ ਦਾ ਜਿਹੜਾ ਕੱਚਾ ਲੋਹਾ ਹੈ ਉਹ ਹੈ ਲਿਮੋਨਾਈਟ। ਇਹ ਹਲਕੇ ਪੀਲੇ ਜਾਂ ਭੂਰੇ ਰੰਗ ਦੀ ਧਾਤ ਹੁੰਦੀ ਹੈ। ਇਹਦੇ ਵਿੱਚ 40 ਤੋਂ 60% ਤੱਕ ਕੱਚੇ ਲੋਹੇ ਦੇ ਅੰਸ਼ ਪਾਏ ਜਾਂਦੇ ਆ। ਇਹ ਕੋਈ ਬਹੁਤ ਵਧੀਆ ਕੁਆਲਿਟੀ ਦੀ ਜਿਹੜੀ ਆ ਉਹ ਆਇਰਨ ਓਰ ਨਹੀਂ ਮੰਨੀ ਜਾਂਦੀ। ਤੇ ਸਭ ਤੋਂ ਘਟੀਆ ਕੁਆਲਿਟੀ ਦੀ ਜਿਹੜਾ ਕੱਚਾ ਲੋਹੇ ਦੀ ਕਿਸਮ ਹੈ ਜਿਹੜੀ ਆਇਰਨ ਓਰ ਹੈ ਉਹ ਹੈ ਸੀਡਰਾਈਟ। ਇਹ ਅਸ਼ੁੱਧੀਆਂ ਨਾਲ ਭਰੀ ਹੁੰਦੀ ਹੈ। ਇਹਨੂੰ ਸਾਫ਼ ਕਰਨ ਤੇ ਕਾਫੀ ਜ਼ਿਆਦਾ ਸਮਾਂ ਲੱਗਦਾ ਆ ਕਿ ਔਰ ਕਾਫੀ ਜ਼ਿਆਦਾ ਇਹਦੇ ਵਿੱਚ ਇੰਪਿਉਰਿਟੀਜ਼ ਹੁੰਦੀਆਂ। ਸੋ ਇਹਦੇ ਵਿੱਚ ਜਿਹੜਾ ਆਇਰਨ ਕੰਟੈਂਟ ਹੈ, ਲੋਹੇ ਦੀ ਮਾਤਰਾ, ਉਹ 40 ਤੋਂ 50% ਤੱਕ ਜਿਹੜੀ ਆ ਉਹ ਲੋਹ ਅੰਸ਼ ਜਿਹੜੇ ਆ ਉਹ ਪਾਏ ਜਾਂਦੇ ਆ। ਸੋ ਕੁਆਲਿਟੀ ਤੋਂ ਲੈ ਕੇ ਤੁਸੀਂ ਦੇਖੋ, ਸਭ ਤੋਂ ਪਹਿਲਾਂ ਮੈਗਨੇਟਾਈਟ, ਦੈਨ ਹੈਮੇਟਾਈਟ, ਉਸ ਤੋਂ ਬਾਅਦ ਚ ਲਿਮੋਨਾਈਟ ਔਰ ਫਿਰ ਸੀਡਰਾਈਟ। ਇਹ 4 ਜਿਹੜੀਆਂ ਤੁਹਾਡੀਆਂ ਕੱਚੇ ਲੋਹੇ ਦੀਆਂ ਕਿਸਮਾਂ ਹੁੰਦੀਆਂ। ਕੱਚੇ ਲੋਹੇ ਦਾ ਭਾਰਤ ਚ ਉਤਪਾਦਨ ਜਿਹੜਾ ਹੈ, ਭਾਰਤ ਵਿੱਚ ਕੱਚੇ ਲੋਹੇ ਦੇ ਜਿਹੜੇ ਹੈਮੇਟਾਈਟ ਜਿਹੜਾ ਭੰਡਾਰ ਹੈ, ਜਿਹੜਾ ਦੂਸਰੀ ਵਧੀਆ ਕੁਆਲਿਟੀ ਦੀ ਕਿਸਮ ਹੈ, ਉਹਦੇ ਭੰਡਾਰ 12 ਅਰਬ 31 ਕਰੋੜ ਔਰ 73 ਲੱਖ ਟਨ ਹੈ। ਮੈਗਨੇਟਾਈਟ ਜਿਹੜਾ ਦੂਸਰੇ ਸਭ ਤੋਂ ਬੈਸਟ ਕੁਆਲਿਟੀ ਆਇਰਨ ਓਰ ਆ, ਉਹਦੇ ਸਾਡੇ ਕੋਲ 5 ਅਰਬ 39 ਕਰੋੜ ਔਰ 52 ਲੱਖ ਟਨ ਜਿਹੜਾ ਆ ਸਾਡੇ ਕੋਲ ਭੰਡਾਰ ਪਾਏ ਜਾਂਦੇ ਆ। ਸਭ ਤੋਂ ਵਧੀਆ ਕੁਆਲਿਟੀ ਦੀ ਜਿਹੜੀ ਆਇਰਨ ਓਰ ਹੈ ਉਹ ਛੱਤੀਸਗੜ੍ਹ ਚ ਬੈਲਾਡੀਲਾ, ਕਰਨਾਟਕ ਵਿੱਚ ਬੇਲਾਰੀ, ਹੌਸਪੇਟ, ਝਾਰਖੰਡ ਤੇ ਉੜੀਸਾ ਵਿੱਚ ਹੈ। ਭਾਰਤ ਦਾ 99% ਜਿਹੜਾ ਕੱਚਾ ਲੋਹਾ ਹੈ ਉਹ 5 ਜਿਹੜੇ ਰਾਜ ਹੈ ਪ੍ਰਮੁੱਖ ਸਾਡੇ, ਜਿਨ੍ਹਾਂ ਦੇ ਵਿੱਚ ਕਰਨਾਟਕ, ਓਡੀਸ਼ਾ, ਛੱਤੀਸਗੜ੍ਹ, ਗੋਆ ਔਰ ਝਾਰਖੰਡ, ਇਹਨਾਂ 5 ਰਾਜਾਂ ਦੇ ਵਿੱਚ 99% ਜਿਹੜਾ ਸਾਡਾ ਕੱਚਾ ਲੋਹਾ ਹੈ ਉਹ ਕੱਢਿਆ ਜਾਂਦਾ ਹੈ। ਸਟੇਟ ਵਾਈਜ਼ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਕਰਨਾਟਕ ਜਿਹੜਾ ਸਭ ਤੋਂ ਜ਼ਿਆਦਾ ਕੱਚੇ ਲੋਹੇ ਦਾ ਜਿਹੜਾ ਉਤਪਾਦਕ ਰਾਜ ਹੈ। ਭਾਰਤ ਦੇ ਕੁੱਲ ਕੱਚੇ ਲੋਹੇ ਦਾ 1/4 ਹਿੱਸਾ, 1/4 ਜਿਹੜਾ ਉਤਪਾਦਨ ਹੈ ਸਿਰਫ ਕਰਨਾਟਕ ਦੇ ਵਿੱਚ ਹੁੰਦਾ ਹੈ। ਔਰ ਕਰਨਾਟਕ ਦਾ ਜਿਹੜਾ ਸਭ ਤੋਂ ਪ੍ਰਮੁੱਖ ਜ਼ਿਲ੍ਹਾ ਹੈ ਜਿਹੜਾ ਜਿਹਦੇ ਵਿੱਚ ਕੱਚਾ ਲੋਹਾ ਕੱਢਿਆ ਜਾਂਦਾ ਉਹ ਹੈ ਬਾਬਾ ਬੁੱਡਨ ਦੇ ਪਹਾੜਾਂ ਦੇ ਉੱਪਰ ਚਿਕਮੰਗਲੂਰ ਜ਼ਿਲ੍ਹਾ। ਸੋ ਇਹ ਚਿਕਮੰਗਲੂਰ ਡਿਸਟ੍ਰਿਕਟ ਬਹੁਤ ਫੇਮਸ ਹੈ, ਨਾ ਸਿਰਫ ਕੱਚੇ ਲੋਹੇ ਵਾਸਤੇ ਸਗੋਂ ਕਾਫੀ ਪ੍ਰੋਡਕਸ਼ਨ ਵਾਸਤੇ ਵੀ ਇਹ ਖੇਤਾ ਬੜਾ ਫੇਮਸ ਹੈ। ਇਸ ਦੇ ਇਲਾਵਾ ਕੇਮਾਨਗੁੰਡੀ ਖਾਨ, ਬੇਲਾਰੀ ਵਿੱਚ ਸੰਦੂਰ ਤੇ ਹੌਸਪੇਟ, ਚਿੱਤਰਦੁਰਗ, ਨਾਰਥ ਕਨਾਡ, ਸ਼ਿਮੋਗਾ, ਧਾਰਵੜ ਤੇ ਟੁਮਕੂਰ ਜ਼ਿਲ੍ਹੇ, ਇਹ ਕਰਨਾਟਕ ਦੇ ਕੁਝ ਪ੍ਰਮੁੱਖ ਜ਼ਿਲ੍ਹੇ ਆ ਜਿਨ੍ਹਾਂ ਦੇ ਵਿੱਚ ਹੈਮੇਟਾਈਟ ਔਰ ਮੈਗਨੇਟਾਈਟ ਦੋਨਾਂ ਕਿਸਮ ਦਾ ਜਿਹੜਾ ਵਧੀਆ ਲੋਹਾ ਆ ਉਹ ਪਾਇਆ ਜਾਂਦਾ ਹੈ। ਸੋ ਸਭ ਤੋਂ ਪਹਿਲੀ ਜਿਹੜਾ ਦਰਜਾ ਹੈ ਉਤਪਾਦਨ ਦੇ ਹਿਸਾਬ ਨਾਲ ਉਹ ਕਰਨਾਟਕ ਦਾ ਹੈ। ਦੂਸਰੇ ਨੰਬਰ ਤੇ ਹੈ ਸਾਡੇ ਕੋਲ ਉੜੀਸਾ। ਉੜੀਸਾ ਜਿਹੜਾ ਹੈ ਭਾਰਤ ਦੇ ਪੂਰਬੀ ਹਿੱਸੇ ਦੇ ਵਿੱਚ ਹੈ ਸਾਡੇ, ਔਰ ਬਹੁਤ ਫੇਮਸ ਜਿਹੜੀ ਸਟੇਟ ਹੈ ਸਾਡੀ ਮਿਨਰਲਸ ਪੁਆਇੰਟ ਆਫ ਵਿਊ ਨਾਲ, ਬੰਗਾਲ ਦੀ ਖਾੜੀ ਨਾਲ ਇਹ ਲੱਗਦਾ ਹੈ। ਔਰ ਇਹਦੇ ਵਿੱਚ 22% ਭਾਰਤ ਦੇ ਕੁੱਲ ਕੱਚੇ ਲੋਹੇ ਦਾ ਉਤਪਾਦਨ ਜਿਹੜਾ ਕੀਤਾ ਜਾਂਦਾ ਹੈ। ਪ੍ਰਮੁੱਖ ਜ਼ਿਲ੍ਹੇ ਕਿਹੜੇ ਕਿਹੜੇ ਆ? ਸੁੰਦਰਗੜ੍ਹ, ਮਯੂਰਭੰਜ, ਕਟਕ, ਸੰਬਲਪੁਰ, ਕਿਉਂਝਾਰ, ਕੋਰਾਪੁਟ, ਇਹ ਜ਼ਿਲ੍ਹੇ ਲੋਹੇ ਦੇ ਉਤਪਾਦਨ ਵਾਸਤੇ ਜਿਹੜੇ ਆ ਸਭ ਤੋਂ ਜ਼ਿਆਦਾ ਫੇਮਸ ਹੈ। ਬਾਰਾਬਿਲ, ਕੋਇਰਾ ਵਿੱਚ ਵਧੀਆ ਕਿਸਮ ਦੇ ਹੈਮੇਟਾਈਟ ਕਿਸਮ ਦੇ ਜਿਹੜੇ ਕੱਚੇ ਲੋਹੇ ਦੇ ਭੰਡਾਰ ਹੈ ਉਹ ਪਾਏ ਜਾਂਦੇ ਆ।
ਇਸ ਤੋਂ ਇਲਾਵਾ ਛੱਤੀਸਗੜ੍ਹ ਜਿਹੜਾ ਤੀਸਰੇ ਨੰਬਰ ਤੇ ਭਾਰਤ ਦੇ ਕੁੱਲ ਲੋਹੇ ਦੇ ਉਤਪਾਦਨ ਦਾ 18% ਛੱਤੀਸਗੜ੍ਹ ਦੇ ਵਿੱਚ ਪੈਦਾ ਕੀਤਾ ਜਾਂਦਾ। ਇੱਥੇ ਬਸਤਰ ਔਰ ਦੁਰਗ ਕੱਚੇ ਲੋਹੇ ਲਈ ਪ੍ਰਸਿੱਧ ਹੈਗੇ ਆ। ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਖਾਣ ਹੈ ਬੈਲਾਡੇਲਾ, ਉਹ ਇੱਥੇ ਆ। ਇੱਥੇ ਜਿਹੜਾ ਬੈਲਾਡੇਲਾ ਜਿਹੜਾ ਹੈ ਉਹ ਛੱਤੀਸਗੜ੍ਹ ਦੇ ਬਿਲਕੁਲ ਦੱਖਣ ਦੇ ਵਿੱਚ ਹੈ, ਬਸਤਰ ਜ਼ਿਲ੍ਹੇ ਦੇ ਵਿੱਚ। ਔਰ ਇੱਥੋਂ ਬੈਸਟ ਕੁਆਲਿਟੀ ਜਿਹੜਾ ਹੈਮੇਟਾਈਟ ਕਿਸਮ ਦਾ ਜਿਹੜਾ ਲੋਹਾ ਮਿਲਦਾ ਹੈ, ਉਸ ਨੂੰ ਵਿਸ਼ਾਖਾਪਟਨਮ ਬੰਦਰਗਾਹ ਜਿਹੜੀ ਆ ਉਹਦੇ ਜ਼ਰੀਏ ਬੰਗਾਲ ਦੀ ਖਾੜੀ ਦੇ ਥਰੂ ਅਸੀਂ ਜਾਪਾਨ ਨੂੰ ਐਕਸਪੋਰਟ ਕਰ ਦਿੰਦੇ ਹਾਂ। ਚੌਥਾ ਜਿਹੜਾ ਸਭ ਤੋਂ ਵੱਡਾ ਰਾਜ ਹੈ ਕੱਚੇ ਲੋਹੇ ਦੇ ਉਤਪਾਦਨ ਲਈ, ਉਹ ਹੈ ਗੋਆ। ਭਾਰਤ ਦੇ ਕੁੱਲ ਕੱਚੇ ਲੋਹੇ ਦਾ 18% ਜਿਹੜਾ ਉਹ ਗੋਆ ਪੈਦਾ ਕਰਦਾ ਹੈ। ਅਗਰ ਤੁਸੀਂ ਗੋਆ ਜਾਓ, ਪਣਜੀ ਉਹਦੀ ਰਾਜਧਾਨੀ ਹੈ, ਤਾਂ ਤੁਸੀਂ ਉੱਥੇ ਮੰਡੋਵੀ ਨਦੀ ਜ਼ਰੂਰ ਦੇਖੋਗੇ। ਉਹ ਮੰਡੋਵੀ ਨਦੀ ਦੇ ਥਰੂ, ਅਰਬ ਸਾਗਰ ਦੇ ਥਰੂ ਜਿਹੜਾ ਉਹ ਦੂਜੇ ਦੇਸ਼ਾਂ ਨੂੰ ਅਸੀਂ ਜਿਹੜਾ ਆ ਉਹ ਐਕਸਪੋਰਟ ਕਰ ਦਿੰਦੇ ਹਾਂ, ਬਰਾਮਦ ਕਰ ਦਿੰਦੇ ਜਾਂ ਨਿਰਯਾਤ ਕਰ ਦਿੰਦੇ ਕੱਚਾ ਲੋਹਾ। ਇਸ ਦੇ ਇਲਾਵਾ ਮਰਮਗਾਂਵ ਬੰਦਰਗਾਹ ਵੀ ਹੈ, ਜਿਹਦੇ ਥਰੂ ਅਸੀਂ ਗੋਆ ਵਿੱਚ ਨਿਕਲਿਆ ਜਿਹੜਾ ਕੱਚਾ ਲੋਹਾ ਹੈ ਉਹਦਾ ਜਿਹੜਾ ਐਕਸਪੋਰਟ ਕਰਦੇ ਹਾਂ। ਗੋਆ ਦੇ ਵਿੱਚ ਜਿਹੜੀ ਸਕ੍ਰੈਪ ਆਇਰਨ ਹੈ ਜਿਹੜਾ ਤੁਹਾਡਾ, ਉਹਦਾ ਵੀ ਕਾਫੀ ਜ਼ਿਆਦਾ ਜਿਹੜਾ ਉਤਪਾਦਨ ਉਹ ਕੀਤਾ ਜਾਂਦਾ ਹੈ। ਪੰਜਵਾਂ ਜਿਹੜਾ ਸਭ ਤੋਂ ਵੱਡਾ ਰਾਜ ਹੈ ਕੱਚੇ ਲੋਹੇ ਦੇ ਉਤਪਾਦਨ ਵਾਸਤੇ, ਉਹ ਹੈ ਝਾਰਖੰਡ। ਤੁਹਾਨੂੰ ਪਤਾ ਹੋਵੇਗਾ ਕਿ ਝਾਰਖੰਡ ਨੂੰ ਬਿਹਾਰ ਤੋਂ ਅਲੱਗ ਕਰਕੇ ਬਣਾਇਆ ਗਿਆ ਸੀ। ਜਿਹੜਾ ਬਿਹਾਰ ਦਾ ਦੱਖਣੀ ਹਿੱਸਾ ਸੀ ਉਹ ਝਾਰਖੰਡ ਬਣ ਗਿਆ ਸੀਗਾ। ਰਾਂਚੀ ਉਸ ਦੀ ਜਿਹੜੀ ਹੈ ਉਹ ਰਾਜਧਾਨੀ ਹੈ। ਭਾਰਤ ਦੇ ਕੁੱਲ ਲੋਹੇ ਦਾ 25% ਜਿਹੜਾ ਹੈ ਉਹ ਝਾਰਖੰਡ ਦੇ ਵਿੱਚ ਜਿਹੜਾ ਆ ਉਹ ਪਾਇਆ ਜਾਂਦਾ ਹੈ। ਔਰ ਉਤਪਾਦਨ ਦਾ ਜਿਹੜਾ ਹੈ ਉਹ 14% ਹਿੱਸਾ ਇਸ ਰਾਜ ਵਿੱਚੋਂ ਆਉਂਦਾ ਹੈ। ਇਸ ਜ਼ਿਲ੍ਹੇ ਵਿੱਚ ਸਿੰਘਭੂਮ ਜ਼ਿਲ੍ਹਾ ਕੱਚੇ ਲੋਹੇ ਦੇ ਉਤਪਾਦਨ ਲਈ ਸਭ ਤੋਂ ਜ਼ਿਆਦਾ ਫੇਮਸ ਹੈ। ਇਸ ਤੋਂ ਇਲਾਵਾ ਨੂਆਮੁੰਡੀ, ਬੁੱਧੂਬੁਰੂ, ਕੋਟਾਮਤੀ, ਬਰਨ, ਰਾਜੌਰੀਬੁਰੂ, ਡਾਲਟਨਗੰਜ, ਸੰਥਾਲ ਪਰਗਨਾ, ਹਜ਼ਾਰੀਬਾਗ, ਧਨਬਾਦ ਤੇ ਰਾਂਚੀ, ਇਹ ਜ਼ਿਲ੍ਹੇ ਜਿਹੜੇ ਆ ਉਹ ਕੱਚੇ ਲੋਹੇ ਦੇ ਉਤਪਾਦਨ ਲਈ ਪ੍ਰਸਿੱਧ ਹੈਗੇ ਆ। ਵਪਾਰ ਦੀ ਗੱਲ ਕਰਦੇ ਹਾਂ, ਟ੍ਰੇਡ। ਤੁਸੀਂ ਦੇਖੋ ਭਾਰਤ ਦਾ ਕੁੱਲ 50 ਤੋਂ 60% ਜਿਹੜਾ ਕੱਚਾ ਲੋਹਾ ਹੈ ਉਹ ਅਸੀਂ ਦੂਸਰੇ ਦੁਨੀਆ ਦੇ ਦੇਸ਼ਾਂ ਨੂੰ ਬਰਾਮਦ ਕਰ ਦਿੰਦੇ ਹਾਂ, ਐਕਸਪੋਰਟ ਕਰ ਦਿੰਦੇ ਹਾਂ ਜਾਂ ਫਿਰ ਨਿਰਯਾਤ ਕਰ ਦਿੰਦੇ ਹਾਂ। ਭਾਰਤ ਦੇ ਕੁੱਲ ਲੋਹੇ ਦਾ 3/4 ਹਿੱਸਾ ਸਿਰਫ ਜਾਪਾਨ ਨੂੰ ਜਿਹੜਾ ਐਕਸਪੋਰਟ ਕੀਤਾ ਜਾਂਦਾ ਹੈ, ਭੇਜਿਆ ਜਾਂਦਾ ਹੈ। ਯਾਨੀ ਕਿ ਜਾਪਾਨ ਸਾਡੇ ਭਾਰਤੀ ਲੋਹੇ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਔਰ ਉਸੇ ਕੱਚੇ ਲੋਹੇ ਤੋਂ ਉਹ ਬਿਹਤਰੀਨ ਮਸ਼ੀਨਾਂ ਬਣਾ ਕੇ ਉਸਨੂੰ ਕਾਫੀ ਜ਼ਿਆਦਾ ਮਹਿੰਗੇ ਭਾਅ ਦੇ ਉੱਪਰ ਉਹ ਦੂਜੇ ਦੇ ਮਮਾਲਿਕ ਨੂੰ ਬਰਾਮਦ ਕਰਦਾ ਹੈ। ਅਗਰ ਅਸੀਂ ਆਪਣੀ ਤਕਨੀਕ ਇੰਨੀ ਵਿਕਸਿਤ ਕਰੀਏ ਤਾਂ ਅਸੀਂ ਭਾਰਤ ਦੇ ਵਿੱਚ ਵੀ ਜਿਹੜਾ ਹੈ ਉਹ ਆਪਣੇ ਉਦਯੋਗ ਨੂੰ, ਆਪਣੀ ਇੰਡਸਟਰੀ ਨੂੰ ਇੰਪਰੂਵ ਕਰ ਸਕਦੇ ਹਾਂ। ਔਰ ਸਾਡੇ ਕੋਲ ਵੀ ਜਿਹੜਾ ਆ ਭਾਰਤ ਦੀ ਆਰਥਿਕਤਾ ਨੂੰ ਉਹਦਾ ਕਾਫੀ ਜ਼ਿਆਦਾ ਫਾਇਦਾ ਜਿਹੜਾ ਉਹ ਮਿਲ ਸਕਦਾ ਹੈ। ਭਾਰਤ ਦੀਆਂ ਜਿਹੜੀਆਂ 4 ਪ੍ਰਮੁੱਖ ਬੰਦਰਗਾਹਾਂ, ਵਿਸ਼ਾਖਾਪਟਨਮ, ਪਾਰਾਦੀਪ, ਮਾਰਾਮਗਾਂਵ ਤੇ ਮੈਂਗਲੁਰੂ, ਇਹ ਲੋਹੇ ਦੇ ਵਪਾਰ ਲਈ ਜਿਹੜੀਆਂ ਪ੍ਰਸਿੱਧ ਹੈਗੀਆਂ। ਲੋਹਾ ਤੇ ਤਾਂਬਾ ਕੇਂਦਰ ਭਾਰਤ ਦੇ ਜਿਹੜੇ ਆ, ਤੁਸੀਂ ਦੇਖੋ ਨਕਸ਼ਾ ਜਿਹੜਾ ਹੈ ਉਹ ਬਹੁਤ ਫੇਮਸ ਜ਼ਰੂਰੀ ਹੈ। 2 ਤਰੀਕੇ ਦਾ ਨਕਸ਼ਾ ਤੁਹਾਨੂੰ ਆਉਣਾ ਆ ਪੇਪਰ ਦੇ ਵਿੱਚ, 5 ਨੰਬਰ ਯਾਨੀ ਕਿ ਕੁੱਲ 10 ਨੰਬਰ ਦਾ, ਜਿਹਦੇ ਵਿੱਚ 5 ਨੰਬਰ ਆਇਡੈਂਟੀਫਿਕੇਸ਼ਨ ਯਾਨੀ ਕਿ ਪਛਾਣ ਵਾਲਾ, ਥਾਵਾਂ ਮਾਰਕ ਕੀਤੀਆਂ ਤੁਸੀਂ ਸਿਰਫ ਪਛਾਣ ਕਰਨੀ ਹੈ। ਔਰ 5 ਨੰਬਰ ਜਿਹੜੇ ਮਾਰਕਿੰਗ ਦੇ ਕੇ ਥਾਵਾਂ ਦਿੱਤੀਆਂ ਤੁਸੀਂ ਮਾਰਕ ਕਰਨਾ ਹੈ ਭਾਰਤ ਦੇ ਖਾਲੀ ਰਾਜਨੀਤਿਕ ਨਕਸ਼ੇ ਵਿੱਚ। ਸੋ ਇਹ ਦੋਨੇ ਨਕਸ਼ੇ ਤੁਹਾਡੇ ਲਈ ਤਿਆਰ ਕਰਨੇ ਬੜੇ ਜ਼ਰੂਰੀ ਹੈ। ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਕਰਨਾਟਕ ਦੇ ਵਿੱਚ ਕਿਹੜੀਆਂ ਜਿਹੜੀਆਂ ਪ੍ਰਮੁੱਖ ਮਾਈਨਸ ਹੈ। ਤੁਸੀਂ ਦੇਖੋ ਜ਼ਰਾ, ਇਹ ਤੁਹਾਡੇ ਕੋਲ ਕਰਨਾਟਕ ਰਾਜ ਆ ਗਿਆ, ਜਿਹਦੇ ਵਿੱਚ ਹੁੱਟੀ, ਬੇਲਗਾਮ, ਬੇਲਾਰੀ, ਚਿੱਤਰਦੁਰਗ, ਸ਼ਿਮੋਗਾ, ਬਾਬਾ ਬੁਡਨ, ਕੁਦੇਰਮੁਖ, ਇਹ ਕੁਝ ਏਰੀਆ ਜ਼ਿਲ੍ਹੇ ਜਿਹੜੇ ਆ ਉਹ ਕਰਨਾਟਕ 'ਚ ਫੇਮਸ ਹੈ ਆਪਣੀ ਕੱਚੇ ਲੋਹੇ ਦੇ ਉਤਪਾਦਨ ਲਈ। ਗੋਆ, ਮਹਾਰਾਸ਼ਟਰ 'ਚ ਰਤਨਾਗਿਰੀ, ਔਰ ਆਂਧਰਾ ਪ੍ਰਦੇਸ਼ ਤੁਸੀਂ ਦੇਖੋ ਗੋਦਾਵਰੀ, ਇਸ ਤੋਂ ਇਲਾਵਾ ਕਡੱਪਾ, ਅਨੰਤਪੁਰ, ਇਹ ਕੁਝ ਜ਼ਿਲ੍ਹੇ ਆ ਜਿਹੜੇ ਕਿ ਆਂਧਰਾ ਪ੍ਰਦੇਸ਼ ਦੇ ਵਿੱਚ। ਇਹ ਤੁਹਾਡਾ ਛੱਤੀਸਗੜ੍ਹ ਰਾਜ ਆ ਗਿਆ, ਜਿਹਦੇ ਵਿੱਚ ਦੁਰਗ, ਦਲਾਈ ਰਾਜਾ, ਬੈਲਾਡੇਲਾ ਬਾਰੇ ਆਪਾਂ ਗੱਲ ਕੀਤੀ ਹੈ ਕਿ ਛੱਤੀਸਗੜ੍ਹ ਦੇ ਸਾਊਥ ਦੇ ਵਿੱਚ ਹੈ ਔਰ ਕਾਫੀ ਫੇਮਸ ਹੈ ਹੈਮੇਟਾਈਟ ਕਿਸਮ ਦੇ ਕੱਚੇ ਲੋਹੇ ਦੇ ਲਈ। ਉੜੀਸਾ ਵਿੱਚ ਤੁਸੀਂ ਦੇਖੋ ਬਦਾਮ ਪਹਾੜ, ਕਿਉਂਝਾਰ, ਮਯੂਰਪੰਜ, ਇਸ ਤੋਂ ਇਲਾਵਾ ਸਿੰਘਭੂਮ, घाटशिला, मालकुचखंड, ਇਹ ਉੜੀਸਾ ਵਿੱਚ ਕੁਝ ਏਰੀਆਜ਼ ਹੈ। ਝਾਰਖੰਡ 'ਚ ਪਲਾਮੂ, ਲੋਹਾਰਦਾਗਾ, ਮੱਧ ਪ੍ਰਦੇਸ਼ ਦੇ ਵਿੱਚ ਤੁਸੀਂ ਦੇਖੋ ਬਾਲਾਘਾਟ, ਗੁਜਰਾਤ ਦੇ ਵਿੱਚ 2 ਏਰੀਆਜ਼ ਹੈ, ਜੂਨਾਗੜ੍ਹ ਔਰ ਭਾਵਨਗਰ, ਤਾਮਿਲਨਾਡੂ ਵਿੱਚ ਸੇਲਮ, ਤ੍ਰਿਚੁਰਾਪੱਲੀ, ਕੋਇੰਬਟੂਰ, ਮਦੁਰੈ ਔਰ ਕੇਰਲ ਦੇ ਵਿੱਚ ਕੋਜ਼ੀਕੋਂਡੇ। ਇਹ ਕੁਝ ਪ੍ਰਮੁੱਖ ਜਿਹੜੇ ਆ ਕੱਚੇ ਲੋਹੇ ਦੇ ਉਤਪਾਦਨ ਰਾਜ ਹੈ। ਸੋ ਤੁਹਾਨੂੰ ਨਕਸ਼ੇ ਦੇ ਵਿੱਚ ਇਹ ਲੋਕੇਸ਼ਨ ਪਤਾ ਹੋਣੀ ਚਾਹੀਦੀ ਚੰਗੀ ਤਰ੍ਹਾਂ ਕਿ ਭਾਰਤ ਦੇ ਕਿਸ
ਰਾਜ ਵਿੱਚ ਕਿਹੜੇ ਥਾਵਾਂ ਦੇ ਉੱਪਰ ਕੱਚਾ ਲੋਹਾ ਜਿਹੜਾ ਉਹ ਕੱਢਿਆ ਜਾਂਦਾ। ਸੋ ਇਹਦੀ ਇੱਕੋ ਇੱਕ ਤਰੀਕਾ ਇਸ ਨੂੰ ਕਰਨ ਦਾ, ਉਹ ਹੈ ਪ੍ਰੈਕਟਿਸ। ਜਿੰਨੀ ਜ਼ਿਆਦਾ ਪ੍ਰੈਕਟਿਸ ਕਰੋਗੇ ਉਨੀ ਜ਼ਿਆਦਾ ਤੁਹਾਡੀ ਜਿਹੜੀ ਨਕਸ਼ੇ ਦੀ ਤਿਆਰੀ ਉਹ ਹੋਏਗੀ। ਅੱਗੇ ਕਰਦੇ ਹਾਂ ਗੌਰਮੈਂਟ ਦੀਆਂ ਕੁਝ ਪਾਲਿਸੀਜ਼ ਬਾਰੇ ਗੱਲ ਕਰਦੇ ਹਾਂ ਔਰ ਕੀ ਸਮੱਸਿਆਵਾਂ ਹਨ ਕੱਚੇ ਲੋਹੇ ਦੇ ਜਿਹੜਾ ਉਤਪਾਦਨ ਨੂੰ। ਭਾਰਤ ਨੇ ਰਾਸ਼ਟਰੀ ਸਟੀਲ ਨੀਤੀ ਬਣਾਈ ਸੀ 2017 ਦੇ ਵਿੱਚ। ਇਹਦੇ ਵਿੱਚ ਜਿਹੜੀ ਸਿੱਧਾ ਵਿਦੇਸ਼ੀ ਨਿਵੇਸ਼ ਹੈ ਉਸ ਨੂੰ 100% ਜਿਹੜੀ ਆ ਮਨਜ਼ੂਰੀ ਦੇ ਦਿੱਤੀ ਗਈ ਸੀ। 100% ਫੋਰਨ ਡਾਇਰੈਕਟ ਇਨਵੈਸਟਮੈਂਟ ਜਿਹੜੀ ਆ ਉਹ ਆਟੋਮੈਟਿਕ ਰੂਟ ਦੇ ਥਰੂ ਜਿਹੜੀ ਆ ਉਹ ਆਇਰਨ ਐਂਡ ਸਟੀਲ ਪ੍ਰੋਡਕਸ਼ਨ ਦੇ ਵਿੱਚ ਜਿਹੜੀ ਉਹ ਲਗਾ ਦਿੱਤੀ ਗਈ ਆ। ਸੋ ਇਹਦੇ ਵਿੱਚ ਜਿਹੜਾ ਕੱਚਾ ਲੋਹਾ ਆ ਉਹ ਪ੍ਰਾਈਵੇਟ ਸੈਕਟਰ ਨੂੰ ਜਿਹੜਾ ਉਹ ਮਾਈਨਸ ਦੇਣ ਦੀ ਗੱਲ ਕੀਤੀ ਗਈ ਹੈ ਕਿ ਪ੍ਰਾਈਵੇਟ ਜਿਹੜੇ ਹੱਥਾਂ ਦੇ ਵਿੱਚ ਉਹਦੀ ਐਫੀਸ਼ੀਐਂਸੀ ਵਧਾਉਣ ਲਈ ਉਹਨਾਂ ਨੂੰ ਇਨਵਾਈਟ ਕੀਤਾ ਜਾਵੇ। ਜਿਹੜੀ ਨੈਸ਼ਨਲ ਸਟੀਲ ਪਾਲਿਸੀ ਆ 2017 ਦੀ, ਇਹਦਾ ਜੋ ਵਿਜ਼ਨ ਹੈ ਉਹ ਹੈ ਕਿ ਟੈਕਨੋਲੋਜੀਕਲੀ ਐਡਵਾਂਸ ਐਂਡ ਗਲੋਬਲੀ ਕੰਪੀਟੀਟਿਵ ਸਟੀਲ ਇੰਡਸਟਰੀ ਦੈਟ ਪ੍ਰਮੋਟ ਇਕਨੋਮਿਕ ਗਰੋਥ। ਕਿ ਵੈਸ਼ਵੀਕਰਨ ਦੇ ਇਸ ਦੌਰ ਦੇ ਵਿੱਚ ਭਾਰਤ ਦੇ ਸਟੀਲ ਨੂੰ ਵਿਸ਼ਵ ਪੱਧਰ ਦਾ ਬਣਾਉਣਾ ਤਾਂ ਕਿ ਆਰਥਿਕ ਤਰੱਕੀ ਜਿਹੜੀ ਉਹ ਭਾਰਤ ਦੀ ਕੀਤੀ ਜਾ ਸਕੇ। ਇਸ ਤੋਂ ਇਲਾਵਾ ਸੈਲਫ ਸਫੀਸ਼ੀਐਂਟ ਖੁਦ ਨੂੰ ਬਣਾਉਣਾ, ਆਇਰਨ ਐਂਡ ਸਟੀਲ ਦੇ ਸੈਕਟਰ ਦੇ ਵਿੱਚ ਆਤਮ ਨਿਰਭਰ ਭਾਰਤ ਨੂੰ ਬਣਾਉਣਾ। ਮੀਡੀਅਮ ਐਂਡ ਸਮਾਲ ਮੀਡੀਅਮ ਐਂਟਰਪ੍ਰਾਈਜ਼ਸ ਜਿਹੜੇ ਸਾਡੇ ਛੋਟੇ ਉਦਯੋਗ ਹੈ ਜਿਹੜੇ ਸਾਡੇ ਜਾਂ ਮੱਧਵਰਤੀ ਉਦਯੋਗ ਹੈ ਜਿਹੜੇ, ਉਹਨਾਂ ਨੂੰ ਹੋਰ ਜ਼ਿਆਦਾ ਐਨਕਰੇਜ ਕੀਤਾ ਜਾਵੇ। ਇਸ ਦੇ ਇਲਾਵਾ ਸਾਡੇ ਕੋਲ ਜਿਹੜੀਆਂ ਮੈਨੂਫੈਕਚਰਿੰਗ ਕੈਪੇਬਿਲਿਟੀ ਆ, ਨਿਰਮਾਣ ਉਦਯੋਗ ਦੀਆਂ ਤਕਨੀਕਾਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ ਔਰ ਜਿਹੜੀ ਡੋਮੈਸਟਿਕ ਸਟੀਲ ਦੀ ਡਿਮਾਂਡ ਹੈ ਉਹਨੂੰ ਹੋਰ ਜ਼ਿਆਦਾ ਵਧਾਇਆ ਜਾ ਸਕੇ। ਕਿ ਭਾਰਤ ਦੇ ਵਿੱਚ ਪ੍ਰਤੀ ਵਿਅਕਤੀ ਜਿਹੜਾ ਖਪਤ ਹੈ ਕੱਚੇ ਲੋਹੇ ਦੀ ਉਹ ਕਾਫੀ ਘੱਟ ਹੈ, ਆਪਾਂ ਅੱਗੇ ਜਾ ਕੇ ਡਿਸਕਸ ਕਰਦੇ ਹਾਂ, ਉਸ ਨੂੰ ਹੋਰ ਬੜਾਵਾ ਦਿੱਤਾ ਜਾ ਸਕੇ। ਗਲੋਬਲ ਲੈਵਲ 'ਤੇ ਅਗਰ ਗੱਲ ਕਰੀਏ ਤਾਂ ਕੱਚੇ ਲੋਹੇ ਦਾ ਜਿਹੜਾ ਉਤਪਾਦਨ ਹੈ ਉਹ 1799 ਮਿਲੀਅਨ ਟਨ ਹੈ, ਜਿਹਦੇ ਵਿੱਚ 4.94% ਦੀ ਗਰੋਥ ਜਿਹੜੀ 2017 'ਚ ਦਰਜ ਕੀਤੀ ਗਈ ਸੀ। ਚੀਨ ਦੁਨੀਆ ਦਾ ਸਭ ਤੋਂ ਵੱਡਾ ਕੱਚੇ ਲੋਹੇ ਦੇ ਉਤਪਾਦਨ ਵਾਲਾ ਦੇਸ਼ ਹੈ, ਜਿਹਦੇ ਵਿੱਚ 928 ਮਿਲੀਅਨ ਟਨ ਲੋਹੇ ਦਾ ਉਤਪਾਦਨ 2018 'ਚ ਕੀਤਾ ਗਿਆ ਸੀ। ਭਾਰਤ ਦੂਸਰੇ ਨੰਬਰ 'ਤੇ ਹੈ 106 ਮਿਲੀਅਨ ਟਨ, ਜਾਪਾਨ ਤੀਸਰੇ 'ਤੇ ਹੈ 104 ਮਿਲੀਅਨ ਟਨ ਔਰ ਸੰਯੁਕਤ ਰਾਜ ਅਮਰੀਕਾ ਜਿਹੜਾ ਹੈ ਉਹ 87 ਮਿਲੀਅਨ ਟਨ ਦੇ ਨਾਲ ਚੌਥੇ ਨੰਬਰ 'ਤੇ ਹੈ। ਪਰ ਕੈਪੀਟਾ ਜਿਹੜੀ ਕੰਜ਼ੰਪਸ਼ਨ ਹੈ, ਖਪਤ ਹੈ ਸਟੀਲ ਦੀ, ਉਹ ਦੁਨੀਆ ਦੀ 212 ਆ। ਚੀਨ ਦੇ ਵਿੱਚ 523 ਕਿਲੋਗ੍ਰਾਮ, ਭਾਰਤ ਦੇ ਵਿੱਚ ਸਿਰਫ 69 ਯਾਨੀ ਕਿ 69 ਕਿਲੋਗ੍ਰਾਮ ਪ੍ਰਤੀ ਵਿਅਕਤੀ ਜਿਹੜੀ ਖਪਤ ਹੈ ਉਹ ਸਟੀਲ ਦੀ ਆ, ਜਿਹੜੀ ਕਿ ਕਾਫੀ ਘੱਟ ਹੈ। ਇਹ ਵਰਲਡ ਸਟੀਲ ਐਸੋਸੀਏਸ਼ਨ ਦਾ ਜਿਹੜਾ ਕੁਝ ਅੰਕੜੇ ਤੁਹਾਡੇ ਸਾਹਮਣੇ ਆਪਾਂ ਰੱਖੇ ਹੈਗੇ ਆ। ਭਾਰਤ ਸਪੌਂਜ ਆਇਰਨ ਦੇ ਮਾਮਲੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸਪੌਂਜ ਆਇਰਨ ਉਤਪਾਦਨ ਕਰਨ ਵਾਲਾ ਦੇਸ਼ ਹੈ ਔਰ ਫਿਨਿਸ਼ ਸਟੀਲ ਦਾ ਕੰਜ਼ਿਊਮਰ ਵੀ ਤੀਸਰਾ ਸਭ ਤੋਂ ਵੱਡਾ ਹੈ ਆਫਟਰ ਚਾਈਨਾ ਐਂਡ USA। ਨੈਸ਼ਨਲ ਮਿਨਰਲ ਪਾਲਿਸੀ ਜਿਹੜੀ 2019 'ਚ ਹੁਣ ਸਰਕਾਰ ਨੇ ਲੇਟੈਸਟ ਪਿਛਲੇ ਸਾਲ ਬਣਾਈ ਹੈ, ਇਹਦੇ ਵਿੱਚ ਕੁਝ ਪ੍ਰੋਵੀਜ਼ਨਸ ਰੱਖੀਆਂ ਗਈਆਂ ਕਿ ਪ੍ਰਾਈਵੇਟ ਸੈਕਟਰ ਨੂੰ ਖਣਿਜਾਂ ਦੇ ਐਕਸਪਲੋਰੇਸ਼ਨ ਵਾਸਤੇ, ਲੱਭਣ ਵਾਸਤੇ ਜਿਹੜਾ ਹੈ ਉਹ ਐਨਕਰੇਜ ਕੀਤਾ ਜਾਵੇ ਰੈਵਨਿਊ ਸ਼ੇਅਰਿੰਗ ਦੇ ਮਾਡਲ ਦੇ ਉੱਪਰ, ਕਿ ਜਿਹੜੀ ਕੁੱਲ ਮੁਨਾਫਾ ਹੋਏਗਾ ਉਹਦੇ ਵਿੱਚ ਸਰਕਾਰ ਔਰ ਪ੍ਰਾਈਵੇਟ ਸੈਕਟਰ ਦਾ ਜਿਹੜਾ ਮੁਨਾਫਾ ਜਿਹੜਾ ਉਹ ਸਾਂਝਾ ਸ਼ੇਅਰ ਹੋਵੇਗਾ। ਇਸ ਤੋਂ ਇਲਾਵਾ ਮਾਈਨਿੰਗਸ ਨੂੰ ਜਿਹੜਾ ਲੀਜ਼ 'ਤੇ ਦੇਣਾ, ਟਰਾਂਸਫਰ ਕਰਨਾ ਪ੍ਰਾਈਵੇਟ ਸੈਕਟਰ ਨੂੰ। ਇਸ ਤੋਂ ਇਲਾਵਾ ਜਿਹੜੇ ਆ ਮਿਨਰਲ ਕੋਰੀਡੋਰ ਬਣਾਉਣਾ ਤਾਂ ਕਿ ਖਣਿਜਾਂ ਨੂੰ, ਕੱਚੇ ਲੋਹੇ ਨੂੰ ਜਾਂ ਹੋਰ ਖਣਿਜਾਂ ਨੂੰ ਜਿਹੜੀਆਂ ਰਿਫਾਈਨਰੀਜ਼ ਆ ਜਿੱਥੇ ਕਿ ਲੋਹੇ ਦਾ ਜਿਹੜਾ ਉਹ ਸਾਫ਼ ਕੀਤਾ ਜਾਣਾ, ਸਟੀਲ ਦਾ ਨਿਰਮਾਣ ਹੋਣਾ, ਉੱਥੋਂ ਤੱਕ ਆਰਾਮ ਨਾਲ ਪਹੁੰਚਾਇਆ ਜਾ ਸਕੇ ਜਾਂ ਫਿਰ ਉਹਨਾਂ ਨੂੰ ਬੰਦਰਗਾਹਾਂ ਤੱਕ ਪਹੁੰਚਾਇਆ ਜਾ ਸਕੇ ਤਾਂ ਕਿ ਉਹਨਾਂ ਨੂੰ ਜਿਹੜਾ ਉਹ ਐਕਸਪੋਰਟ ਕੀਤਾ ਜਾ ਸਕੇ, ਉਹਨਾਂ ਦਾ ਨਿਰਯਾਤ ਕੀਤਾ ਜਾਵੇ। ਇਹਦੇ ਨਾਲ ਹੀ ਜਿਹੜੇ ਸਾਡੇ ਸਮੁੰਦਰ ਦੇ ਤੱਟ ਦੇ ਖੇਤਰ ਹੈ, ਤੱਟੀ ਏਰੀਏ ਦੇ ਜਿਹੜੇ ਵਾਟਰਵੇਜ਼ ਹੈ ਔਰ ਇਨਲੈਂਡ ਸ਼ਿਪਿੰਗ ਜਿਹੜੀ ਹੈ ਸਾਡੀ, ਉਹਨੂੰ ਵੀ ਐਨਕਰੇਜ ਕੀਤਾ ਜਾਵੇ, ਇੰਪਰੂਵ ਕੀਤਾ ਜਾਵੇ। ਹੋਰ ਜ਼ਿਆਦਾ ਇਨਲੈਂਡ ਵਾਟਰਵੇ ਜਿਹੜੇ ਆ ਉਹ ਉਹਨਾਂ ਨੂੰ ਇੰਪਰੂਵ ਕੀਤਾ ਜਾਵੇ ਤਾਂ ਕਿ ਜਿਹੜੇ ਮਿਨਰਲ ਉਹਨਾਂ ਦੀ ਟਰਾਂਸਪੋਰਟੇਸ਼ਨ ਆਸਾਨ ਹੋਵੇ। ਇਸ ਤੋਂ ਇਲਾਵਾ ਲੌਂਗ ਟਰਮ ਇੱਕ ਇੰਪੋਰਟ ਐਕਸਪੋਰਟ ਪਾਲਿਸੀ ਬਣਾਈ ਗਈ ਹੈ ਮਿਨਰਲਸ ਵਾਸਤੇ, ਜਿਹਦੇ ਨਾਲ ਜਿਹੜੀ ਬਿਜ਼ਨਸ ਦੇ ਵਿੱਚ ਪ੍ਰਾਈਵੇਟ ਸੈਕਟਰ ਦੇ ਨਾਲ ਜਿਹੜੀ ਬਿਜ਼ਨਸ ਹੈ ਉਹਦੇ ਵਿੱਚ ਸਟੇਬਿਲਿਟੀ ਆਏਗੀ, ਉਹਦੇ ਵਿੱਚ ਸਥਿਰਤਾ ਆਏਗੀ ਔਰ ਜਦੋਂ ਸਥਿਰਤਾ ਆਏਗੀ 100% ਫੋਰਨ ਡਾਇਰੈਕਟ ਇਨਵੈਸਟਮੈਂਟ ਆਏਗੀ ਤਾਂ ਦੇਸ਼ ਦੀ ਜਿਹੜੀ ਆਇਰਨ ਐਂਡ ਸਟੀਲ ਪ੍ਰੋਡਕਸ਼ਨ ਹੈ ਉਹਦੇ ਵਿੱਚ ਜਿਹੜਾ ਹੈ ਉਹ ਵਾਧਾ ਹੋਏਗਾ। ਇਸ ਤੋਂ ਇਲਾਵਾ ਟੈਕਸ ਘਟਾਉਣੇ ਔਰ ਕੁਛ ਵਰਲਡ ਲੈਵਲ ਦੇ ਜਿਹੜੇ ਆ ਉਹ ਬੈਂਚਮਾਰਕ ਸੈੱਟ ਕਰਨੇ ਪ੍ਰਾਈਵੇਟ ਸੈਕਟਰ ਦੇ, ਇਹ ਕੁਛ ਸਰਕਾਰ ਦੀਆਂ ਤਰਜੀਹਾਂ ਆ। ਆਬਜੈਕਟਿਵ ਕੀ ਆ? ਰਾਸ਼ਟਰੀ ਸਟੀਲ ਪਾਲਿਸੀ ਜਿਹੜੀ ਆ ਉਹਦੇ ਵਿੱਚ ਭਾਰਤ ਦੀ ਜਿਹੜੀ ਪਰ ਕੈਪੀਟਾ ਸਟੀਲ ਪ੍ਰੋਡਕਸ਼ਨ ਹੈ ਉਹਨੂੰ 69 ਕਿਲੋਗ੍ਰਾਮ ਪ੍ਰਤੀ ਵਿਅਕਤੀ ਤੋਂ ਵਧਾ ਕੇ 160 ਕਿਲੋਗ੍ਰਾਮ
ਪਰ ਕੈਪੀਟਾ ਕਰਨ ਦਾ ਟੀਚਾ ਮਿੱਥਿਆ ਭਾਰਤ ਸਰਕਾਰ ਨੇ 2030-31 ਤੱਕ। ਸੋ ਇਹਦੇ ਇਲਾਵਾ ਜਿਹੜੀ ਡਿਮਾਂਡ ਹੈ ਉਹ ਆਟੋਮੇਟਿਵ ਸਟੀਲ ਜਿਹੜਾ ਹੈ ਉਹਦੇ ਵਿੱਚ ਇਲੈਕਟ੍ਰਿਕ ਸਟੀਲ, ਸਪੈਸ਼ਲ ਸਟੀਲ ਐਲੋਏ, ਇਹਨਾਂ ਦੀ ਜਿਹੜੀ ਕੈਟਾਗਰਾਈਜੇਸ਼ਨ ਹੈ ਇਸ ਨੂੰ ਜਿਹੜਾ ਵਧਾਉਣ ਦੀ ਜਿਹੜੀ ਆ ਉਹ ਟੀਚੇ ਜਿਹੜੇ ਆ ਸਰਕਾਰ ਨੇ 2030-31 ਤੱਕ ਮਿੱਥੇ ਆ। ਸਮੱਸਿਆਵਾਂ ਕੀ ਹੈ? ਆਇਰਨ ਐਂਡ ਸਟੀਲ ਇੰਡਸਟਰੀ ਦੀਆਂ ਕਾਫੀ ਪ੍ਰੋਬਲਮਸ ਜਾਂ ਸਮੱਸਿਆਵਾਂ, ਜਿਹਦੇ ਵਿੱਚ ਡਿਮਾਂਡ ਘੱਟ ਹੈ, ਪਰ ਕੈਪੀਟਾ ਕੰਜ਼ੰਪਸ਼ਨ ਆਪਾਂ ਹੁਣੇ ਡਿਸਕਸ ਕੀਤਾ ਕਿ ਸਾਡੀ ਕਾਫੀ ਘੱਟ ਹੈ, 69 ਕਿਲੋਗ੍ਰਾਮ ਹੈ ਸਿਰਫ। ਪ੍ਰਾਈਸ ਸਲੰਪ ਕੀਤੇ ਹੋਏ ਆ ਲੋਕਡਾਊਨ ਦੀ ਵਜ੍ਹਾ ਦੇ ਨਾਲ, ਕੋਵਿਡ-19 ਦੇ ਬਾਅਦ ਵਿੱਚ ਜਿਹੜੇ ਕੀਮਤਾਂ ਆ ਕੱਚੇ ਲੋਹੇ ਦੀਆਂ ਉਹ 'ਚ ਕਾਫੀ ਗਿਰਾਵਟ ਦਰਜ ਕੀਤੀ ਗਈ ਆ। ਸੋ ਇਸ ਵਕਤ ਇਹਨੂੰ ਬਰਾਮਦ ਕਰਨਾ ਮੁਨਾਫੇ ਵਾਲਾ ਸੌਦਾ ਜਿਹੜਾ ਉਹ ਨਹੀਂ ਹੈਗਾ। ਇਸ ਤੋਂ ਇਲਾਵਾ ਜਿਹੜਾ ਇੰਪੋਰਟ ਕਰਦੇ ਆ ਕੱਚਾ ਲੋਹਾ, ਜਿਹੜਾ ਸਪੌਂਜ ਆਇਰਨ ਹੈ ਜਾਂ ਫਿਰ ਸਕ੍ਰੈਪ ਆਇਰਨ ਹੈ, ਉਹ ਜ਼ਿਆਦਾ ਸਸਤਾ ਪੈਂਦਾ ਐਸ ਕੰਪੇਅਰ ਟੂ ਜਦੋਂ ਅਸੀਂ ਮਾਈਨਸ ਦੇ ਵਿੱਚੋਂ ਜਿਹੜਾ ਲੋਹਾ ਜਿਹੜਾ ਕੱਢਦੇ ਹਾਂ। ਦੈਟ ਇਜ਼ ਨਾਟ ਵੈਰੀ ਕਾਸਟ ਇਫੈਕਟਿਵ। ਸੋ ਇਸ ਦੇ ਇਲਾਵਾ ਜਿਹੜੀਆਂ ਕੁਝ ਪ੍ਰੋਜੈਕਟ ਹੈ ਉਹ ਲੇਟ ਹੋ ਜਾਂਦੇ ਆ ਬਿਕੋਜ਼ ਆਫ ਸਰਟਨ ਪ੍ਰੋਬਲਮਸ ਆਪਾਂ ਡਿਸਕਸ ਕਰਦੇ ਹਾਂ, ਉਹਦੇ ਕਰਕੇ ਵੀ ਜਿਹੜਾ ਹੈ ਉਹ ਆਇਰਨ ਐਂਡ ਸਟੀਲ ਇੰਡਸਟਰੀ ਨੂੰ ਪ੍ਰੋਬਲਮ ਆ ਰਹੀ ਹੈ। ਇਸ ਦੇ ਇਲਾਵਾ ਜਿਹੜੀ ਬਿਜਲੀ ਦੀ ਸਪਲਾਈ ਆ, ਊਰਜਾ ਦੀ ਪੂਰਤੀ ਆ, ਉਹ ਵੀ ਘੱਟ ਹੈ। ਕਾਫੀ ਚੈਲੰਜਸ ਆ ਸਾਡੀ ਇੰਡਸਟਰੀ ਨੂੰ। ਭਾਰਤੀ ਬੈਂਕ ਜਿਹੜੇ ਆ ਉਹਨਾਂ ਦੇ ਵਿੱਚ ਜਿਹੜੇ NPAs ਹੈ, ਨਾਨ ਪਰਫਾਰਮਿੰਗ ਐਸੈਟਸ, ਉਹ ਜ਼ਿਆਦਾ ਆ। ਪਿਛਲੇ 2014 ਤੋਂ ਬਾਅਦ ਅਗਰ ਅਸੀਂ ਦੇਖੀਏ, ਜਦੋਂ NDA ਦੀ ਸਰਕਾਰ ਆਈ ਆ, ਤੇ ਸਾਡੇ ਜਿਹੜੇ NPAs ਹੈ ਉਹ ਬੇਤਹਾਸ਼ਾ ਉਹਨਾਂ ਦੇ ਵਿੱਚ ਵਾਧਾ ਹੋਇਆ ਹੈ। ਯਾਨੀ ਕਿ NPAs ਦਾ ਮਤਲਬ ਕਿ ਕੰਪਨੀਆਂ ਜਿਹੜੀਆਂ ਲੋਨ ਲੈ ਲੈਂਦੀਆਂ ਬੈਂਕਾਂ ਕੋਲੋਂ ਔਰ ਉਸ ਤੋਂ ਬਾਅਦ 'ਚੋਂ ਆਪਣੇ ਆਪ ਨੂੰ NPAs ਡਿਕਲੇਅਰ ਕਰ ਦਿੰਦੀਆਂ ਕਿ ਸਾਡੇ ਕੋਲ ਘਾਟਾ ਪੈ ਗਿਆ ਤੇ ਸਾਡੇ ਕੋਲ ਪੈਸੇ ਹੈ ਨਹੀਂ ਬੈਂਕ ਨੂੰ ਮੋੜਨ ਵਾਸਤੇ। ਸੋ NPAs ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਹੈ ਉਹ ਵਾਧਾ ਹੋਇਆ। ਸੋ ਜਿਹੜੀ ਆਇਰਨ ਐਂਡ ਸਟੀਲ ਇੰਡਸਟਰੀ ਹੈ ਇਹਦਾ ਕਾਫੀ ਲੰਬਾ ਜਿਹੜਾ ਗੈਸਟੇਸ਼ਨ ਪੀਰੀਅਡ ਹੈ। ਸੋ ਇਹਦੇ ਵਿੱਚ ਬਹੁਤ ਜ਼ਿਆਦਾ ਇਨਵੈਸਟਮੈਂਟ ਲੱਗਦੀ ਹੈ, ਬਹੁਤ ਜ਼ਿਆਦਾ ਲੇਬਰ ਲੱਗਦੀ ਆ। ਸੋ ਇਸ ਕਰਕੇ ਜਿਹੜਾ ਪੁਰਾਣੀ ਸਾਡੀ ਟੈਕਨੋਲੋਜੀ ਆ, ਇੱਕ ਇਹ ਵੀ ਬੜੀ ਵੱਡੀ ਵਜ੍ਹਾ ਹੈ ਕਿ ਸਾਡੇ ਜਿਹੜਾ ਲੋਹਾ ਔਰ ਇਸਪਾਤ ਉਦਯੋਗ ਆ ਉਹਦੀ ਮਸ਼ੀਨਰੀ ਪੁਰਾਣੀ ਹੋ ਚੁੱਕੀ ਹੈ ਔਰ ਨਵੀਂ ਮਸ਼ੀਨਰੀ ਜਿਹੜੀ ਆ ਉਹ ਕਾਫੀ ਕਾਸਟਲੀ ਹੋਣ ਕਰਕੇ ਜਿਹੜੇ ਪਬਲਿਕ ਸੈਕਟਰ ਐਂਟਰਪ੍ਰਾਈਜ਼ਸ ਆ ਖਾਸ ਕਰਕੇ ਉਹਨਾਂ ਦੇ ਵਿੱਚ ਸਰਕਾਰਾਂ ਜਿਹੜੀਆਂ ਨਿਵੇਸ਼ ਨਹੀਂ ਕਰਦੀਆਂ, ਜਿਹਦੇ ਕਰਕੇ ਸਾਡੀ ਪ੍ਰੋਡਕਸ਼ਨ ਦੇ ਉੱਪਰ ਮਾੜਾ ਅਸਰ ਜਿਹੜਾ ਉਹ ਪੈਂਦਾ ਹੈਗਾ। ਸੁਜੈਸ਼ਨ ਕੀ ਆ? ਆਇਰਨ ਐਂਡ ਸਟੀਲ ਇੰਡਸਟਰੀ ਨੂੰ ਮਾਡਰਨਾਈਜ਼ ਕਰਨ ਦੀ ਜ਼ਰੂਰਤ ਹੈ ਕਿ ਨਵੀਂ ਮਸ਼ੀਨਰੀ ਜਿਹੜੀ ਉਹ ਲਿਆਂਦੀ ਜਾਵੇ, ਨਵੀਂ ਟੈਕਨੋਲੋਜੀ ਲਿਆਂਦੀ ਜਾਵੇ। ਪੁਰਾਣੀ ਜਿਹੜੇ ਇਕਵਿਪਮੈਂਟਸ ਆ, ਪੁਰਾਣੀਆਂ ਮਸ਼ੀਨਾਂ ਨੂੰ ਰਿਪਲੇਸ ਕਰਕੇ ਤੇ ਨਵੀਂ ਟੈਕਨੋਲੋਜੀ ਵਾਲੀਆਂ ਨਵੀਆਂ ਮਸ਼ੀਨਾਂ ਲਿਆਂਦੀਆਂ ਜਾਣ। ਸੋ ਇਸ ਟਾਈਮ ਦੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਜਿਹੜੀ ਹੈ ਉਹ ਮਦਦ ਦੇ ਨਾਲ ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਹੈ ਕਿ ਲੌਂਗ ਟਰਮ ਫਾਈਨੈਂਸ, ਜਿਵੇਂ ਪੈਨਸ਼ਨ ਫੰਡ ਹੈ, ਸੇਵਿੰਗ ਹੈ, ਇਹਨਾਂ ਨੂੰ ਜਿਹੜਾ ਉਹ ਇਸਤੇਮਾਲ ਕੀਤਾ ਜਾਵੇ ਲੋਹਾ ਇਸਪਾਤ ਉਦਯੋਗ ਦੇ ਵਿੱਚ। ਇਸ ਤੋਂ ਇਲਾਵਾ ਐਂਟੀ ਡੰਪਿੰਗ ਡਿਊਟੀਜ਼ ਲਗਾਈਆਂ ਜਾਣ ਜਾਂ ਚੀਪ ਇੰਪੋਰਟ ਜਿਹੜਾ ਹੈ ਟੂ ਪ੍ਰੋਟੈਕਟ ਡੋਮੈਸਟਿਕ ਮਾਰਕੀਟ, ਭਾਰਤ ਦਾ ਜਿਹੜਾ ਬਾਜ਼ਾਰ ਹੈ ਉਸ ਨੂੰ ਬਚਾਉਣ ਵਾਸਤੇ ਜਿਹੜੇ ਇੰਪੋਰਟ ਕੀਤਾ ਜਾਂਦਾ ਹੈ ਘਟੀਆ ਕਿਸਮ ਦੇ ਲੋਹੇ ਦਾ, ਉਸ ਦੇ ਉੱਪਰ ਪਾਬੰਦੀ ਲਗਾਈ ਜਾਵੇ ਜਾਂ ਫਿਰ ਉਹਦੇ ਉੱਪਰ ਟੈਕਸ ਲਗਾਇਆ ਜਾਵੇ। ਇਸ ਤੋਂ ਇਲਾਵਾ ਜਿਹੜਾ ਆਟੋਮੋਬਾਈਲ ਇੰਡਸਟਰੀ ਆ ਜਾਂ ਇਨਫਰਾਸਟਰਕਚਰ, ਇਹਦੇ ਵਿੱਚ ਡੋਮੈਸਟਿਕ ਡਿਮਾਂਡ ਵਧਾਈ ਜਾ ਸਕਦੀ ਆ। ਕਾਰਾਂ ਦੇ ਉਤਪਾਦਨ ਨੂੰ ਵਧਾਉਣ ਵਾਸਤੇ ਆਟੋਮੋਬਾਈਲ ਸੈਕਟਰ ਦੇ ਵਿੱਚ ਜਿਹੜੇ ਕੱਚੇ ਲੋਹੇ ਦੀ ਡਿਮਾਂਡ ਵਧਾ ਕੇ ਅਸੀਂ ਉਹਦੇ ਨਾਲ ਨੌਕਰੀਆਂ ਵੀ ਪੈਦਾ ਕਰ ਸਕਦੇ ਹਾਂ ਜ਼ਿਆਦਾਤਰ। ਔਰ ਜਿਹੜਾ ਗਲੋਬਲ ਸਲੋ ਡਾਊਨ ਹੈ ਇਸ ਟਾਈਮ ਦੇ ਉੱਪਰ, ਪੂਰੀ ਦੁਨੀਆ ਦੇ ਵਿੱਚ ਵੈਸ਼ਵਿਕ ਮੰਦੀ ਦਾ ਦੌਰ ਚੱਲ ਰਿਹਾ ਹੈ, ਉਸ ਨੂੰ ਜਿਹੜਾ ਉਹ ਘਟਾਇਆ ਜਾ ਸਕੇ। ਇਸ ਤੋਂ ਇਲਾਵਾ ਜਿਹੜੇ ਬੈਡ ਲੋਨ ਆ ਉਹਨਾਂ ਨੂੰ ਘਟਾਉਣ ਦੀ ਬਹੁਤ ਜ਼ਰੂਰਤ ਹੈ, ਜਿਹੜੇ NPAs ਆਪਾਂ ਡਿਸਕਸ ਕੀਤੀ ਹੈ। ਔਰ ਫੋਰਨ ਡਾਇਰੈਕਟ ਇਨਵੈਸਟਮੈਂਟ ਤੇ ਸਰਕਾਰ ਨੇ 100% ਕਰ ਹੀ ਦਿੱਤੀ ਹੈ। ਅੱਗੇ ਵੀ ਫਾਰਵਰਡ ਕੀ ਹੈ ਸਾਡੇ ਕੋਲ? ਸਭ ਤੋਂ ਪਹਿਲਾਂ ਕਿ ਜਿਹੜਾ ਆਇਰਨ ਐਂਡ ਸਟੀਲ ਇੰਡਸਟਰੀ ਇੱਕ ਨਵੀਂ ਦੌਰ ਦੇ ਵਿੱਚ ਜਿਹੜਾ ਉਹ ਪਹੁੰਚ ਰਿਹਾ ਹੈ। ਸੋ ਸਾਡੀ ਇਕੋਨਮੀ ਲਾਕਡਾਊਨ ਦੇ ਬਾਅਦ ਹੁਣ ਹੌਲੀ ਹੌਲੀ ਜਿਹੜੀ ਆ ਉਹ ਇੰਪਰੂਵ ਹੋਣੀ ਸ਼ੁਰੂ ਹੋ ਗਈ ਆ। ਸੋ ਉਹਦੇ ਨਾਲ ਡਿਮਾਂਡ ਵੀ ਵਧੇਗੀ ਸਾਡੇ ਸਟੀਲ ਦੀ ਔਰ ਜਿਹੜਾ ਆਇਰਨ ਐਂਡ ਸਟੀਲ ਇੰਡਸਟਰੀ ਨੂੰ ਜਿਹੜਾ ਆ ਉਹ ਫਾਇਦਾ ਹੋਏਗਾ। ਇਸ ਤੋਂ ਇਲਾਵਾ ਪਰ ਕੈਪੀਟਾ ਸਟੀਲ ਕੰਜ਼ੰਪਸ਼ਨ ਹੈ ਜਿਹੜੀ ਉਹ ਉਹਦੇ ਵਿੱਚ ਬਹੁਤ ਸਕੋਪ ਹੈ ਭਾਰਤ ਦੇ ਵਿੱਚ ਕਿ ਉਹਨੂੰ ਵਧਾਇਆ ਜਾਵੇ ਤਾਂ ਸਾਡੀ ਜਿਹੜੀ ਡੋਮੈਸਟਿਕ ਮਾਰਕੀਟ ਹੈ ਔਰ ਡੋਮੈਸਟਿਕ ਇੰਡਸਟਰੀ ਹੈ ਉਹਨੂੰ ਕਾਫੀ ਜ਼ਿਆਦਾ ਸਹਾਰਾ ਮਿਲ ਸਕਦਾ ਆ। ਨਵੀਂ ਜਿਹੜੀ ਉਦਯੋਗਿਕ ਨੀਤੀ ਸਰਕਾਰ ਨੇ ਬਣਾਈ ਆ ਉਹਦੇ ਵਿੱਚ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹਨੂੰ ਕਾਫੀ ਜ਼ਿਆਦਾ ਮੌਕੇ ਜਿਹੜੇ ਸਰਕਾਰਾਂ ਨੇ ਦਿੱਤੇ ਆ ਤਾਂ ਕਿ ਨੌਕਰੀਆਂ ਵੀ ਪੈਦਾ ਕੀਤੀਆਂ ਜਾ ਸਕਣ ਔਰ ਐਫੀਸ਼ੀਐਂਸੀ ਜਿਹੜੀ ਆ ਉਹ ਵਧਾਈ ਜਾ ਸਕੇ। ਸੋ ਡੋਮੈਸਟਿਕ ਜਿਹੜਾ ਘਰੇਲੂ ਅਸੀਂ ਆਇਰਨ ਐਂਡ ਸਟੀਲ ਪ੍ਰੋਡਕਟ ਬਣਾਉਂਦੇ ਹਾਂ, ਸਰਕਾਰ ਦੀ ਇਹ ਪਾਲਿਸੀ ਹੈ ਕਿ ਉਸ ਨੂੰ ਤਰਜੀਹ ਦਿੱਤੀ ਜਾਵੇ, ਉਸ ਦਾ ਪ੍ਰਚਾਰ ਕੀਤਾ ਜਾਵੇ ਔਰ ਆਮ ਲੋਕਾਂ ਨੂੰ ਵੀ ਇਹ ਸਲਾਹ ਦਿੱਤੀ ਜਾਵੇ ਕਿ ਉਹ ਜਿਹੜਾ ਸਾਡੇ ਦੇਸ਼ ਦੇ ਵਿੱਚ ਕੱਚਾ ਲੋਹੇ ਦਾ ਉਤਪਾਦਨ ਹੈ ਉਸ ਨੂੰ ਜ਼ਿਆਦਾ ਜਿਹੜਾ ਉਹ ਵਰਤਣ, ਬਾਹਰੋਂ ਜਿਹੜਾ ਉਹ ਨਾ ਮੰਗਵਾਉਣ। ਸੋ ਇਹ ਸਾਰਾ ਕੁਝ ਜਿਹੜਾ ਸੀਗਾ ਕੱਚੇ ਲੋਹੇ ਦੇ ਜਿਹੜਾ ਉਹ ਪ੍ਰੋਡਕਸ਼ਨ ਔਰ ਉਹਦੇ ਉਤਪਾਦਨ ਔਰ ਉਹਦੇ ਵਿਕਾਸ ਵਾਸਤੇ ਜੋ ਸਰਕਾਰਾਂ ਨੇ ਨੀਤੀਆਂ ਬਣਾਈਆਂ ਆ ਉਹਦੀ ਵੀ ਇੱਕ ਮੋਟੇ ਤੌਰ ਤੇ ਉਸ ਨੂੰ ਗੱਲ ਕਰਨੀ ਔਰ ਸਮਝਣਾ ਬੜਾ ਜ਼ਰੂਰੀ ਸੀਗਾ। ਉਮੀਦ ਆ ਤੁਹਾਨੂੰ ਕਲਾਸ ਦੇ ਵਿੱਚ ਮੋਟੇ ਜਿਹੜੇ ਨੁਕਤੇ ਆ ਮਿਨਰਲਸ ਔਰ ਕੱਚੇ ਲੋਹੇ ਬਾਰੇ ਉਹ ਸਮਝ ਆ ਗਏ ਹੋਣਗੇ। ਸੋ ਅਗਲੀ ਕਲਾਸ ਤੱਕ ਲਈ ਇਜਾਜ਼ਤ ਦਿਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।
ਸਤਿ ਸ਼੍ਰੀ ਅਕਾਲ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਭਾਰਤ ਦੇ ਨਕਸ਼ੇ ਬਾਰੇ ਗੱਲ ਕਰਾਂਗੇ, ਜਿੱਥੇ ਆਇਰਨ ਓਰ ਡਿਪੋਜ਼ਿਟਸ ਅਤੇ ਮਾਈਨਸ ਜਿਹੜੀਆਂ ਹੈਗੀਆਂ। ਵਿਦਿਆਰਥੀਓ, ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਹੜੀਆਂ ਇਹ ਆਇਰਨ ਓਰ ਦੀਆਂ ਤਸਵੀਰਾਂ ਸੀਗੀਆਂ, ਤੇ ਕਿਵੇਂ ਇਹਦੀ ਜਿਹੜੀ ਹੈਗੀ ਆ ਮੈਲਟਿੰਗ ਹੁੰਦੀ ਹੈ, ਤੇ ਕਿਵੇਂ ਇਹਦੇ ਆਇਰਨ ਰੋਡਸ ਨੇ ਜਿਹੜੇ ਸਰੀਆ ਵਗੈਰਾ ਉਹ ਤਿਆਰ ਹੁੰਦਾ ਹੈਗਾ। ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਰੀਜਨ ਹੈਗਾ ਉਹ ਇੰਡੀਆ ਦਾ ਕਿਸ ਤਰ੍ਹਾਂ ਡੈਕਨ ਪਲੇਟੀ ਰੀਜਨ ਹੈ, ਜਿਹੜਾ ਉਹ ਆਇਰਨ ਓਰ ਦਾ ਇੱਕ ਪੂਰੀ ਦੀ ਪੂਰੀ ਹੱਬ ਹੈ, ਜਿੱਥੇ ਮੈਗਨੇਟਾਈਟ, ਹੈਮੇਟਾਈਟ ਆਇਰਨ ਓਰ ਹੈ ਜਿਹੜਾ ਉੱਥੇ ਨਿਕਲਦਾ ਹੈਗਾ। ਤਾਂ ਹੁਣ ਅਸੀਂ ਇਕੱਲੇ ਜਿਹੜਾ ਇਹ ਰੀਜਨ ਹੈ, ਇਸ ਦੇ ਇਕੱਲੇ ਰੀਜਨ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਜਿਵੇਂ ਆਪਾਂ ਝਾਰਖੰਡ, ਉੜੀਸਾ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਕਰਨਾਟਕਾ, ਮਹਾਰਾਸ਼ਟਰਾ, ਇਹ ਜਿਹੜਾ ਰੀਜਨਸ ਹੈ ਵਿਦਿਆਰਥੀ, ਜਿੱਥੇ ਹਾਈਲਾਈਟਸ ਅਸੀਂ ਦਿੱਤੇ ਹੈਗੇ ਆ। ਸੋ ਇਹ ਪੂਰੇ ਦਾ ਪੂਰਾ ਜਿਹੜਾ ਆਇਰਨ ਓਰ ਡਿਪੋਜ਼ਿਟਸ ਅਤੇ ਆਇਰਨ ਓਰ ਮਾਈਨਸ ਦਾ ਜਿਹੜਾ ਰੀਜਨ ਹੈਗਾ। ਸਭ ਤੋਂ ਪਹਿਲਾਂ ਅਸੀਂ ਝਾਰਖੰਡ ਦੀ ਗੱਲ ਕਰਦੇ ਹਾਂ। ਝਾਰਖੰਡ ਦੇ ਵਿੱਚ ਸਿੰਘਭੂਮ ਨਾਂ ਦੀ ਜਿਹੜੀਆਂ ਪਲੇਸ ਹੈ, ਉੱਥੇ ਆਇਰਨ ਓਰ ਡਿਪੋਜ਼ਿਟਸ ਸਾਨੂੰ ਮਿਲਦੇ ਨੇ, ਤੇ ਆਇਰਨ ਓਰ ਮਾਈਨਸ ਵੀ ਇੱਥੇ ਮਿਲਦੀਆਂ ਨੇ। ਸੋ ਇਹ ਵਿਦਿਆਰਥੀਓ ਇਸੇ ਦੇ ਵਿੱਚ ਹੀ ਸੈਕਿੰਡ ਜਿਹੜੀ ਅਸੀਂ ਗੱਲ ਕਰਦੇ ਹਾਂ ਉਹ 12 ਜਮਦਾ ਮਾਈਨਸ ਹੈਗੀਆਂ ਨੇਗੀਆਂ। ਇਸੇ ਤਰ੍ਹਾਂ ਹੀ ਜਦੋਂ ਉੜੀਸਾ ਦੀ ਗੱਲ ਕਰਦੇ ਹਾਂ ਤਾਂ ਉੱਥੇ ਬਾਰਬਿਲ ਨਾਂ ਦੀ ਜਿਹੜੀ ਪਲੇਸ ਹੈ, ਉੱਥੇ ਜਿਹੜੀਆਂ ਇਹ ਖਾਨਾ ਮਿਲਦੀਆਂ ਹੈਗੀਆਂ ਨੇ, ਉੱਥੇ ਆਇਰਨ ਓਰ ਡਿਪੋਜ਼ਿਟ ਸਾਨੂੰ ਮਿਲਦੇ ਹੈਗੇ ਆ। ਸੋ ਦੁਬਾਰਾ ਤੁਸੀਂ ਇਹ ਫਿਰ ਅਸੀਂ ਹਾਈਲਾਈਟ ਕੀਤਾ ਹੈਗਾ ਬਾਰਬਿਲ। ਸੋ ਇਹ ਤੁਸੀਂ ਇੰਪੋਰਟੈਂਟ ਖਾਨਾ ਨੇ, ਬੜਾ ਧਿਆਨ 'ਚ ਰੱਖਣੀਆਂ ਨੇ। ਇਸੇ ਤਰ੍ਹਾਂ ਹੀ ਬਾਰਬਿਲ ਦੇ ਨਾਲ ਹੀ ਵੈਸਟ ਬੰਗਾਲ ਅਤੇ ਉੜੀਸਾ ਦੇ ਜਿਹੜੇ ਬਿਲਕੁਲ ਬਾਰਡਰ ਏਰੀਆ ਜਿਹਾ ਹੈ, ਉੱਥੇ ਮਯੂਰਭੰਜ ਨਾਂ ਦੀ ਜਿਹੜੀ ਹੈਗੀ ਹੈ ਮਾਈਨ ਹੈਗੀ ਹੈ। ਸੋ ਇੱਥੇ ਇਸ ਤੋਂ ਇਲਾਵਾ, ਮਯੂਰਭੰਜ ਤੋਂ ਇਲਾਵਾ, ਤੁਸੀਂ ਉੜੀਸਾ ਦੇ ਵਿੱਚ ਹੀ ਜੋਧਾ ਨਾਮ ਦੀ ਜਿਹੜੀ ਇੱਕ ਆਇਰਨ ਓਰ ਡਿਪੋਜ਼ਿਟਸ ਨੇ, ਉੱਥੇ ਵੀ ਜਿਹੜਾ ਹੈਗਾ ਲੋਹਾ ਸਾਨੂੰ ਮਿਲਦਾ ਹੈਗਾ। ਜੋਧਾ ਦੇ ਨਾਲ ਹੀ ਅਗਲੀ ਜਿਹੜੀ ਪਲੇਸ ਹੈ ਉਹਦੇ ਨੇੜੇ ਹੀ ਕਿੰਝਰ। ਸੋ ਇਹ ਵੀ ਬੜੀ ਇੰਪੋਰਟੈਂਟ ਪਲੇਸ ਹੈ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ। ਸੋ ਇਹ ਜਿਹੜੀਆਂ ਖਾਨਾਂ ਨੇ ਤੁਸੀਂ ਚੰਗੀ ਤਰ੍ਹਾਂ ਕਰ ਲੈਣੀਆਂ ਨੇ। ਇਸੇ ਤਰ੍ਹਾਂ ਹੀ ਜਜਪੁਰ ਨਾਮ ਦੀ ਪਲੇਸ ਹੈ, ਜਿਹੜੀ ਬਿਲਕੁਲ ਜਿਹੜੀ ਸਮੁੰਦਰ ਦੇ ਕੰਢੇ ਦੇ ਨੇੜੇ ਹੀ ਹੈ, ਦੇਖੋ। ਸੋ ਇਸੇ ਤਰ੍ਹਾਂ ਹੀ ਉੜੀਸਾ ਦੇ ਵਿੱਚ ਹੀ ਹੋਰ ਇੱਕ ਸੁੰਦਰਗੜ੍ਹ ਨਾਮ ਦੀ ਜਿਹੜੀ ਪਲੇਸ ਹੈ, ਉੱਥੇ ਵੀ ਆਇਰਨ ਓਰ ਡਿਪੋਜ਼ਿਟਸ ਪਾਏ ਜਾਂਦੇ ਨੇ। ਇਸੇ ਤਰ੍ਹਾਂ ਹੀ ਗਾਂਧਾਮਰਦਨ ਨਾਂ ਦੀ ਜਿਹੜੀ ਪਲੇਸ ਹੈ, ਦੇਖੋ ਉੜੀਸਾ ਦੇ ਵਿੱਚ ਹੀ। ਸੋ ਇਹ ਕੱਲੀਆਂ ਜਿਹੜੀਆਂ ਤੁਹਾਨੂੰ ਹਾਈਲਾਈਟ ਕਰਕੇ ਜਿਹੜੀਆਂ ਖਾਨਾ ਇਹ ਦਿਖਾਈ ਜਾ ਰਹੀਆਂ ਨੇ, ਐਕਚੁਅਲੀ ਅਸੀਂ ਕੋਸ਼ਿਸ਼ ਕੀਤੀ ਹੈ ਵੀ ਪੂਰੇ ਮੈਪ ਦੇ ਵਿੱਚ ਤੁਹਾਨੂੰ ਦਿਖਾਇਆ ਜਾਵੇ। ਇਸੇ ਤਰ੍ਹਾਂ ਹੀ ਬੈਲਡੀਲਾ ਨਾਂ ਦੀ ਜਿਹੜੀ ਮਾਈਨ ਹੈ, ਛੱਤੀਸਗੜ੍ਹ ਦੇ ਵਿੱਚ ਹੀ ਹੈ। ਗਾਂਧਾਮਰਦਨ ਤੇ ਬੈਲਡੀਲਾ ਇਹ ਛੱਤੀਸਗੜ੍ਹ ਦੇ ਵਿੱਚ, ਜਿਹੜਾ ਮੱਧ ਪ੍ਰਦੇਸ਼ ਨਾਲੋਂ ਵੱਖਰਾ ਹੋਇਆ ਸੀ। ਇਸੇ ਤਰ੍ਹਾਂ ਹੀ ਦਿੱਲੀ ਰਾਜਹਰਾ। ਸੋ ਇਹ ਜਿਹੜੀਆਂ ਆਇਰਨ ਓਰ ਡਿਪੋਜ਼ਿਟਸ ਹੈਗੇ ਆ, ਦਿੱਲੀ ਰਾਜਹਰਾ। ਸੋ ਇਹ ਤੁਸੀਂ ਦੇਖ ਰਹੇ ਹੋ, ਬਾਰ-ਬਾਰ ਅਸੀਂ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਸ ਤੋਂ ਬਾਅਦ ਅੱਗੇ ਚੱਲੀਏ, ਇਹ ਪੂਰੀ ਦੀ ਪੂਰੀ ਬੈਲਟ ਹੈ ਜਿਹੜੀ ਆਇਰਨ ਓਰ ਡਿਪੋਜ਼ਿਟਸ ਦੀ ਹੈ। ਆਂਧਰਾ ਪ੍ਰਦੇਸ਼ ਦੀ ਗੱਲ ਕਰਦੇ ਹਾਂ ਤਾਂ ਆਂਧਰਾ ਪ੍ਰਦੇਸ਼ ਦੇ ਵਿੱਚ ਗੁੰਤੂਰ ਨਾਂ ਦਾ ਜਿਹੜੀ ਪਲੇਸ ਹੈ, ਇੱਥੇ ਆਇਰਨ ਓਰ ਡਿਪੋਜ਼ਿਟਸ ਹੈਗੇ ਆ। ਉਸ ਤੋਂ ਬਾਅਦ ਅੰਗੋਲੇ ਵੀ ਆਂਧਰਾ ਪ੍ਰਦੇਸ਼ ਦੇ ਵਿੱਚ ਹੀ ਹੈਗਾ। ਤੁਹਾਨੂੰ ਮੈਨੂੰ ਲੱਗਦਾ ਬਿਲਕੁਲ ਕਲੀਅਰ ਦਿਖ ਰਿਹਾ ਹੋਏਗਾ, ਗੁੰਤੂਰ ਅਤੇ ਅੰਗੋਲੇ। ਤੋਂ ਉਦੋਂ ਬਾਅਦ ਅਸੀਂ ਵਿਦਿਆਰਥੀਓ ਥੋੜਾ ਜਿਹਾ ਕਰਨਾਟਕਾ ਵਾਲੀ ਸਾਈਡ ਤੇ ਆਉਂਦੇ ਹਾਂ। ਤੇ ਕਰਨਾਟਕਾ ਦੇ ਵਿੱਚ ਜਿਹੜੀ ਪਲੇਸ ਹੈ ਬੇਲਾਰੀ, ਸੋ ਇੱਥੇ ਆਇਰਨ ਓਰ ਡਿਪੋਜ਼ਿਟਸ ਨੇ ਜਿਹੜੇ ਬਹੁਤ ਵਧੀਆ ਮਿਲਦੇ ਹੈਗੇ ਆ। ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਇੱਥੇ ਕਈ ਖਾਨਾਂ ਨੇ, ਜਿਵੇਂ ਚਿਕਮਗਲੂਰ ਨਾਂ ਦੀ ਜਿਹੜੀ ਪਲੇਸ ਹੈਗੀ ਆ। ਇਸੇ ਤਰ੍ਹਾਂ ਇੱਕ ਹੋਰ ਪਲੇਸ ਹੈਗੀ ਹੈ। ਇਸ ਤੋਂ ਇਲਾਵਾ ਜਦੋਂ ਤੁਸੀਂ ਗੋਆ ਨੂੰ ਜਾਵਾਂਗੇ ਤਾਂ ਉੱਥੇ ਵੀ ਜਿਹੜੀਆਂ ਪਲੇਸਿਸ ਹੈਗੀਆਂ ਨੇ ਬੜੀਆਂ ਮਸ਼ਹੂਰ, ਸਾਊਥ ਗੋਆ ਤੇ ਨਾਰਥ ਗੋਆ। ਗੋਆ ਲੋਹੇ ਦੇ ਨਾਂ ਤੇ ਬੜੀ ਮਸ਼ਹੂਰ ਹੈ, ਕਿਉਂਕਿ ਇੱਥੇ ਦੀ ਜਿਹੜੀ ਮਿੱਟੀ ਦਾ ਰੰਗ ਹੈ ਉਹ ਵੀ ਇੱਕ ਲਾਲ ਰੰਗ ਦਾ ਹੀ ਹੈਗਾ। ਉਸ ਤੋਂ ਬਾਅਦ ਮਹਾਰਾਸ਼ਟਰ ਦੇ ਵਿੱਚ ਆਉਂਦੇ ਹਾਂ ਤਾਂ ਮਹਾਰਾਸ਼ਟਰ ਦੇ ਵਿੱਚ ਰਤਨਾਗਿਰੀ ਨਾਂ ਦੀ ਜਿਹੜੀ ਖਾਣ ਹੈ, ਉਹ ਵੀ ਲੋਹੇ ਦੀ ਇੱਕ ਮਸ਼ਹੂਰ ਖਾਣ ਹੈ। ਸੋ ਇੱਥੇ ਤੁਸੀਂ ਦੇਖਦੇ ਹੋ ਪੂਰਾ ਪੈਨਿਨਸੂਲਰ ਜਿਹੜਾ ਇੰਡੀਆ ਹੈਗਾ। ਸੋ ਇੰਡੀਅਨ ਜਿਹੜਾ ਪੂਰਾ ਡੈਕਨ ਪਲੇਟਿਊ ਰੀਜਨ ਹੈਗਾ, ਉੱਥੇ ਪੂਰੇ ਦੇ ਪੂਰੇ ਜਿਹੜੇ ਹੈਗੇ ਲੋਹੇ ਦੇ ਜਿਹੜੇ ਭੰਡਾਰ ਮਿਲਦੇ ਹੈਗੇ ਆ। ਮੈਨੂੰ ਲੱਗਦਾ ਵੀ ਤੁਹਾਨੂੰ ਜਿਹੜਾ ਇਹ ਮੈਪ ਦੇਖ ਕੇ ਬਿਲਕੁਲ ਕਲੀਅਰ ਹੋ ਗਿਆ ਹੋਊਗਾ। ਬਿਲਕੁਲ ਤੁਹਾਨੂੰ ਜਿਹੜੀ ਹੈਗੀ ਜਾਣਕਾਰੀ ਮਿਲੀ ਹੋਏਗੀ। ਸੋ ਉਮੀਦ ਕਰਦੇ ਹਾਂ ਤੁਹਾਨੂੰ ਜਿਹੜਾ ਇਹ ਮੈਪ ਵਰਕ ਵੀ ਪਸੰਦ ਆਇਆ ਹੋਏਗਾ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।